गज के आखिए जी। वाहिगुरु जी का खालसा वाहिगुरु जी की फतेह। सतनाम श्री वाहिगुरु साहिब जी। ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ। ਜੋ ਆਇਆ ਸੋ ਚੱਲ ਸੀ ਅਮਰ ਸੁਗੁਰ ਕਰਤਾਰ। ਵੀ ਸੱਚਾ ਸਾਲਾਹਣਾ ਸੱਚੇ ਥਾਨ ਪਿਆਰ। ਜੋ ਆਇਆ ਸੋ ਚੱਲ ਸੀ ਅਮਰ ਸਗੁਰ ਕਰਤਾਰ। ਵੀ ਸੱਚਾ ਸਾਲਾਹਣਾ ਸੱਚੇ ਥਾਨ ਪਿਆਰ। ਵਾਹਿਗੁਰੂ। ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਆਪ ਨਰਾਇਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਇਸ ਦੇ ਪਹਿਲੇ ਪਦੇ ਆਪਾਂ ਕੱਲ੍ਹ ਸਰਵਣ ਕੀਤੇ ਸੀ ਕਿ ਸੰਸਾਰ ਜਿਹੜਾ ਹੈ ਬੜਾ ਭਿਆਨਕ ਹੈ ਤੇ ਜੀਵ ਜਿਹੜਾ ਹੈ ਜਿਵੇਂ ਕੋਈ ਉਬੜ ਖਾਬੜ ਰਸਤੇ ਵਿੱਚੋਂ ਚੱਲਦਾ ਹੋਵੇ। ਕਿਤੇ ਟੋਹਾ ਆ ਜੇ, ਕਿਤੇ ਟਿੱਬਾ ਆ ਜੇ, ਕਿਤੇ ਚਿੱਕੜ ਆ ਜੇ, ਉੱਥੇ ਚੱਲਣਾ ਕਿੰਨਾ ਔਖਾ ਹੈ। ਇਸੇ ਤਰ੍ਹਾਂ ਦਾ ਇਹ ਸੰਸਾਰ ਹੈ ਔਰ ਜੀਵ ਹਮੇਸ਼ਾ ਭਉ ਸਾਗਰ ਵਿੱਚ ਰਹਿੰਦਾ, ਭਾਵ ਡਰਾਂ ਵਿੱਚ ਰਹਿੰਦਾ। ਡੂਗਰ ਦੇਖ ਡਰਾਵਨੋ ਪਈ ਅੜੈ ਡਰੀਆਸ। ਉੱਚਰ ਪਰਬਤ ਗਾਖੜੋ ਨਾ ਪੌੜੀ ਤੇ ਤਾਸ। ਜਿਵੇਂ ਪਹਾੜੀ ਇਲਾਕੇ ਵਿੱਚ ਆਪਾਂ ਚੱਲਦੇ ਹਾਂ, ਜਦ ਹੇਮਕੁੰਟ ਸਾਹਿਬ ਵੱਲ ਜਾਈਏ ਤਾਂ ਜੇ ਸੜਕ 'ਤੇ ਬੱਸ ਚੱਲਦੀ ਹੈ, ਗੱਡੀ ਚੱਲਦੀ ਹੈ, ਉਹਦੇ ਇੱਕ ਪਾਸੇ ਡੂੰਘੀ ਖੱਡ ਹੈ ਅਤੇ ਉੱਪਰਲੇ ਪਾਸੇ ਉੱਚੀ ਪਹਾੜੀ ਹੈ ਅਤੇ ਦੇਖ ਕੇ ਕਿਤਨਾ ਡਰ ਲੱਗਦਾ ਹੈ। ਉਹ ਇੱਕ ਉਦਾਹਰਨ ਹੈ। ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਹਮੇਸ਼ਾ ਡਰਾਂ ਦੇ ਵਿੱਚ ਰਹਿੰਦੀ ਹੈ। ਕਬਹੂ ਜੀਅਰਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੈ। ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੈ। ਇਹ ਸੰਸਾਰ ਛੱਡ ਕੇ ਜਾਣਾ ਇੱਕ ਦਿਨ। ਆਪਾਂ ਕੱਲ੍ਹ ਗੱਲ ਕਰ ਰਹੇ ਸੀ, ਪਰ ਜਾਣ ਤੋਂ ਪਹਿਲਾਂ ਇਹ ਜਾਣ ਲਈਏ ਕਿ ਜਾਣਾ ਕਿਵੇਂ ਹੈ। ਛੱਡਣਾ ਸਭ ਨੇ ਹੈ, ਭਾਵ ਮਰਨਾ ਸਭ ਨੇ ਹੈ, ਮੌਤ ਸਭ ਦੀ ਹੋਣੀ ਹੈ। ਔਰ ਮੌਤ ਤੋਂ ਬਾਅਦ ਸਾਡੀ ਮੌਤ ਨਹੀਂ ਹੋਣੀ, ਸਾਡੇ ਸਰੀਰ ਦੀ ਮੌਤ ਹੋਣੀ ਹੈ, ਭਾਵ ਸਰੀਰ ਛੱਡਣਾ ਹੈ। ਜੀਵ ਨੇ ਮਰਨਾ ਨਹੀਂ, ਇਹ ਅਗਲੀ ਯਾਤਰਾ 'ਤੇ ਚੱਲ ਪੈਣਾ। ਹੁਣ ਵੀ ਯਾਤਰਾ ਕਰਦੇ ਆ ਰਹੇ ਆਪਾਂ। ਪਾਤਸ਼ਾਹ ਜੀ ਕਹਿੰਦੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਕਈ ਜਨਮਾਂ ਤੋਂ ਇਹ ਜੀਵ ਜਿਹੜਾ ਹੈ ਭਟਕਦਾ, ਟੇਢੀਆਂ ਜੂਨਾਂ ਵਿੱਚੋਂ ਲੰਘਦਾ, ਕਿਤੇ ਜੰਮਦਾ ਕਿਤੇ ਮਰਦਾ ਤੁਰਿਆ ਆ ਰਿਹਾ ਹੈ। ਪਰ ਹੁਣ ਜਿਹੜਾ ਹੈ ਇਹ ਜੀਵ ਮਨੁੱਖਾ ਜਾਮੇ 'ਚ ਆਇਆ ਔਰ ਮਨੁੱਖਾ ਜਾਮੇ ਵਿੱਚ ਆ ਕੇ ਇਹ ਲਾਹਾ ਲੈ ਸਕਦਾ ਹੈ ਆਪਣੇ ਘਰ ਵੱਲ ਜਾਣ ਦਾ। ਜਾਣਾ ਸਭ ਨੇ ਹੈ, ਪਰ ਇਹ ਨਹੀਂ ਪਤਾ ਜਾਵਾਂਗੇ ਕਿੱਧਰ ਨੂੰ। ਜਿਹੋ ਜਿਹਾ ਅੰਤ ਵੇਲੇ ਖਿਆਲ ਬਣੇਗਾ, ਜਿਹੋ ਜਿਹਾ ਫੁਰਨਾ ਬਣੇਗਾ, ਅਸੀਂ ਉਸ ਪਾਸੇ ਹੀ ਚਲੇ ਜਾਵਾਂਗੇ, ਆਤਮਾ ਕਰਕੇ, ਜੀਵ ਆਤਮਾ ਕਰਕੇ। ਜਿਸ ਤਰ੍ਹਾਂ ਆਪ ਜੀ ਆਪਣੇ ਫੁਰਨੇ ਦੇ ਮੁਤਾਬਕ ਹੀ ਹਾਜੀ ਰਤਨ ਪਹੁੰਚੇ ਹੋ। ਤੁਹਾਡੇ ਅੰਦਰ ਦਿਮਾਗ 'ਚ ਖਿਆਲ ਬਣਿਆ ਹਾਜੀ ਰਤਨ ਚੱਲੀਏ ਤਾਂ ਗੁਰਦੁਆਰਾ ਸਾਹਿਬ ਹਾਜੀ ਰਤਨ ਪਹੁੰਚ ਗਏ। ਜੇ ਕਿਤੋਂ ਬਾਹਰੋਂ ਆਇਓ ਅਤੇ ਤੁਹਾਡਾ ਫੁਰਨਾ ਬਣਿਆ ਬਠਿੰਡੇ ਜਾਣਾ ਅਤੇ ਬਠਿੰਡੇ ਸ਼ਹਿਰ 'ਚ ਆ ਗਏ। ਇਸੇ ਤਰ੍ਹਾਂ ਕੱਲ੍ਹ ਨੂੰ ਆਪਾਂ ਇਹ ਦੇਸ਼ ਵੀ ਛੱਡਾਂਗੇ, ਇਹ ਸ਼ਹਿਰ ਵੀ ਛੱਡਾਂਗੇ, ਇਹ ਸਰੀਰ ਵੀ ਛੱਡਾਂਗੇ।
ਕਿਉਂਕਿ ਸਰੀਰ ਮਾਤਲੋਕ 'ਚੋਂ ਮਿਲਿਆ, ਇਹ ਮਾਤਲੋਕ ਦੇ ਵਿੱਚ ਹੀ ਰਹਿ ਜਾਣਾ, ਪੰਜਾਂ ਤੱਤਾਂ 'ਚ ਮਿਲਿਆ, ਇਹਦੇ ਵਿੱਚ ਹੀ ਮਿਲ ਜਾਣਾ। ਪਰ ਆਪਾਂ ਕੌਣ ਆ, ਕਿੱਥੋਂ ਆਏ ਆ, ਕੀ ਲੈਣ ਆਏ ਆ? ਕੌਣ ਕਹਾਂ ਤੇ ਆਇਓ, ਏਤੀ ਨ ਜਾਣੋ ਕੇਤਿਕ ਮੁਦਕ, ਚਲਤੇ ਖਬਰ ਨ ਪਾਇਓ। ਕਿੰਨਾ ਚਿਰ ਹੋ ਗਿਆ ਚੱਲਦਿਆਂ ਨੂੰ ਇਹ ਵੀ ਨਹੀਂ ਪਤਾਗਾ। ਮਨੁੱਖਾ ਜੀਵਨ ਵੀ ਥੋੜ੍ਹੇ ਸਮੇਂ ਲਈ ਇੱਕ ਯਾਤਰਾ ਦਾ ਪੜਾਅ ਹੈ। ਕਿਸੇ ਪੜਾਅ 'ਤੇ ਮਨੁੱਖ ਥੋੜ੍ਹੇ ਸਮੇਂ ਲਈ ਰੁਕਦਾ, ਫਿਰ ਚੱਲ ਪੈਂਦਾ। ਇਸੇ ਤਰ੍ਹਾਂ ਇਹ ਵੀ ਇੱਕ ਪੜਾਅ ਹੈ। ਮਨੁੱਖ ਨੇ ਜਾਣਾ ਤਾਂ ਹੈ, ਪਰ ਜਾਣ ਤੋਂ ਪਹਿਲਾਂ ਕਰਨਾ ਕੀ ਹੈ, ਕਿਵੇਂ ਜਾਣਾ ਹੈ? ਪਾਤਸ਼ਾਹ ਕਹਿੰਦੇ ਜਾਣਾ ਤਾਂ ਸਭ ਨਹੀਂ ਹੈ, ਰਹਿਣਾ ਤਾਂ ਕਿਸੇ ਨੇ ਨਹੀਂ। ਅੱਗੇ ਆਰੰਭ ਕਰੀਏ। ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ, ਜਾਣਾ ਸਭ ਨੇ ਹੈ। ਔਰ ਜੋ ਆਇਆ ਸੋ ਚੱਲ ਸੀ, ਜੋ ਵੀ ਆਇਆ ਉਹਨੇ ਜਾਣਾ ਹੈ। ਅਮਰ ਸੋ ਗੁਰ ਕਰਤਾਰ, ਜੇ ਕੋਈ ਸਦਾ ਰਹਿਣ ਵਾਲਾ ਹੈ ਉਹ ਪਰਮੇਸ਼ਰ ਹੈ, ਗੁਰੂ ਹੈ, ਸ਼ਬਦ ਹੈ। ਫਿਰ ਜੇ ਜਾਣਾ ਹੈ ਤਾਂ ਇਹਦਾ ਮਤਲਬ ਹੱਥ 'ਤੇ ਹੱਥ ਧਰ ਕੇ ਬਹਿ ਜਾਈਏ? ਨਹੀਂ, ਵੇਖੋ ਨਾ, ਆਪਾਂ ਪੇਟ ਪਾਲਣਾ ਵਾਸਤੇ ਕਿਰਤ ਵੀ ਤਾਂ ਕਰਦੇ ਹਾਂ। ਇਸੇ ਤਰ੍ਹਾਂ ਹੀ ਜਾਣ ਤੋਂ ਪਹਿਲਾਂ ਵੀ ਸੱਚਾ ਸਾਲਾਹਣਾ, ਜਾਣਾ ਤਾਂ ਹੈ ਪਰ ਉਹਦੀ ਸਿਫਤ ਸਲਾਹ ਵੀ ਕਰਦੇ ਰਹੀਏ। ਵੀ ਭਾਵ ਫਿਰ ਵੀ ਉਸ ਪਰਮੇਸ਼ਰ ਦਾ ਸਿਮਰਨ ਥੋੜ੍ਹਾ ਛੱਡਣਾ ਜੇ ਅਸੀਂ ਮਰ ਜਾਣਾ। ਭਾਵ ਜੇ ਸੰਸਾਰ ਨੂੰ ਛੱਡ ਕੇ ਜਾਣਾ ਹੈ ਤਾਂ ਉਹਨੂੰ ਸਿਫਤ ਸਲਾਹ ਤਾਂ ਕਰਦੇ ਰਹੀਏ ਨਾ। ਸੱਚੇ ਥਾਨ ਪਿਆਰ, ਤਾਂ ਕਿ ਉਸ ਸੱਚ ਦੇ ਸਥਾਨ 'ਤੇ ਪਹੁੰਚ ਜਾਈਏ ਜਿੱਥੇ ਕਦੇ ਜਾਣਾ ਆਉਣਾ ਨਹੀਂ, ਜਿੱਥੇ ਜੰਮਣਾ ਮਰਨਾ ਨਹੀਂ। ਫਿਰ ਉੱਥੇ ਕਿਵੇਂ ਪਹੁੰਚੀਏ? ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਠੀਕ ਹੈ, ਇਹ 'ਚ ਕੋਈ ਸ਼ੱਕ ਨਹੀਂ ਕਿ ਸਭ ਨੇ ਮਰਨਾ ਹੈ, ਪਰ ਮਰਨ ਤੋਂ ਪਹਿਲਾਂ ਮਰਨਾ ਸਿੱਖ ਲਈਏ। ਕਬੀਰ ਸਾਹਿਬ ਜੀ ਕਹਿੰਦੇ, ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੈ, ਤਾਂ ਸਹਿਲਾ ਮਰਨਾ ਹੋਏ। ਜੇ ਮਾਲਕ ਨਾ ਭੁੱਲੇ ਤੇ ਫਿਰ ਵਧੀਆ ਮੌਤ ਵੀ ਹੋ ਸਕਦੀ ਹੈ, ਕਿ ਮੌਤ ਤਾਂ ਹੋਣੀ ਹੈ, ਫਿਰ ਕਿਉਂ ਨਾ ਵਧੀਆ ਮੌਤ ਮਰੀਏ। ਤਾਂ ਇਸ ਕਰਕੇ ਪ੍ਰੀਤਮ ਜੀ ਕਹਿੰਦੇ ਵੀ ਸੱਚਾ ਸਾਲਾਹਣਾ, ਫਿਰ ਵੀ ਪਰਮੇਸ਼ਰ ਨੂੰ ਯਾਦ ਕਰਦੇ ਰਹੀਏ। ਸੱਚੇ ਥਾਨ ਪਿਆਰ, ਉਹ ਸੱਚੇ ਦਾ ਪਿਆਰ ਲੈਣ ਵਾਸਤੇ, ਉਹਦੇ ਵਿੱਚ ਮਿਲਣ ਵਾਸਤੇ। ਪਰ ਮਨੁੱਖ ਦਾ ਪਿਆਰ ਕਿੱਥੇ ਹੈ? ਦਰ ਕਰ ਮਹਿਲਾ ਸੋਹਣੇ, ਪੱਕੇ ਕੋਟ ਹਜ਼ਾਰ। ਮਾਤ ਲੋਕ ਦੇ ਵਿੱਚ ਇਸਨੇ ਬੜੇ ਸੋਹਣੇ ਘਰ ਪਾਏ, ਸੋਹਣੇ ਸੋਹਣੇ ਦਰਵਾਜ਼ੇ ਬਣਾ ਕੇ ਸੁੰਦਰ ਮਹਿਲ ਬਣਾਏ, ਅਨੇਕਾਂ ਪੱਕੇ ਕੋਟ ਕਿਲੇ ਬਣਾ ਲੈਣਾ ਕੀਤਾ। ਔਰ ਉਹਨਾਂ ਦੀ ਦਿਨ ਰਾਤ ਚਿੰਤਾ ਕਰਦਾ ਹੈ, ਸੰਭਾਲ ਕਰਦਾ ਹੈ, ਉਹਨਾਂ ਨੂੰ ਵੇਖਦਾ ਹੈ, ਸੰਭਾਲਦਾ ਹੈ। ਵੱਡੇ ਲੋਕ ਉਹਨਾਂ ਤੇ ਹੋਰ ਲੋਕਾਂ ਦਾ ਪਹਿਰਾ ਲਾ ਦਿੰਦੇ ਹੈ, ਉਹਨਾਂ ਦੀ ਬੜੀ ਸੰਭਾਲ ਕਰਦਾ ਮਨੁੱਖ। ਹਸਤੀ ਘੋੜੇ ਪਾਖਰੇ ਲਸ਼ਕਰ ਲੱਖ ਅਪਾਰ, ਰਾਜਿਆਂ ਦੀ ਗੱਲ ਕਰਦੇ ਆ, ਜਿਨ੍ਹਾਂ ਕੋਲੇ ਲੱਖਾਂ ਹੀ ਹਾਥੀ ਘੋੜੇ ਪਾਖਰੇ ਉੱਠ, ਔਰ ਉਹਨਾਂ ਦੀਆਂ ਸੁਨਹਿਰੀ ਕਾਠੀਆਂ। ਹਸਤੀ ਘੋੜੇ ਪਾਖਰੇ ਲਸ਼ਕਰ ਲੱਖ ਅਪਾਰ, ਲੱਖਾਂ ਦੀ ਗਿਣਤੀ ਵਿੱਚ ਫੌਜਾਂ, ਪਰ ਕਿਸ ਹੀ ਨਾਲ ਨ ਚੱਲਿਆ, ਖਪ ਖਪ ਮੋਏ ਅਸਾਰ। ਅਖੀਰ ਉਹ ਮਰ ਗਏ। ਜਿਹੜੀ ਸੰਪਤੀ ਦਾ ਬੜਾ ਖਿਆਲ ਕਰਦੇ ਸੀ, ਆਹ ਮੇਰੀ ਹੈ, ਆਹ ਮੇਰੀ ਹੈ, ਕੋਈ ਚੱਕ ਕੇ ਨਾ ਲੈ ਜੇ, ਹੁਣ ਉਸ ਦੀ ਸਾਰ ਲੈਣ ਵਾਲਾ ਵੀ ਕੋਈ ਰਿਹਾ ਨਹੀਂ ਪਿੱਛੇ। ਬੇਸਾਰ ਛੱਡ ਗਏ, ਭਾਵ ਹੁਣ ਉਹਨਾਂ ਦੀ ਸੰਭਾਲ ਕੌਣ ਕਰਦਾ? ਇਹ ਸ੍ਰਿਸ਼ਟੀ ਦਾ ਸਮਾਨ ਓਨਾ ਚਿਰ ਹੀ ਸਾਡਾ ਜਿੰਨਾ ਚਿਰ ਜਿਉਂਦੇ ਹਾਂ, ਮਰਨ ਤੋਂ ਬਾਅਦ ਇਹ ਕਿਸੇ ਹੋਰ ਦਾ ਹੋ ਜਾਂਦਾ। ਸੱਸੇ ਕੰਨਾ ਰਾਰਾ ਸਾਰ, ਭਾਵ ਸਾਰ ਲੈਣੀ, ਨਿਗਾਹ ਰੱਖਣੀ। ਆਸਾਰ ਹੁਣ ਕੌਣ ਨਿਗਾਹ ਰੱਖੇਗਾ ਉਸ ਦੀ?
ਇਹ ਮਨੁੱਖ ਜਿਹੜਾ ਆਪਣੇ ਆਪੇ ਦਾ ਖਿਆਲ ਨਹੀਂ ਕਰਦਾ, ਪਰਮੇਸ਼ਰ ਦਾ ਖਿਆਲ ਨਹੀਂ ਕਰਦਾ, ਪਰਮੇਸ਼ਰ ਨਾਲ ਨਹੀਂ ਜੁੜਦਾ, ਜਿਹੜੀਆਂ ਚੀਜ਼ਾਂ ਨਾਲ ਜੁੜਿਆ ਉਹ ਚੀਜ਼ਾਂ ਇਹਦੇ ਨਾਲ ਨਹੀਂ ਜਾਂਦੀਆਂ। ਪਾਤਸ਼ਾਹ ਜੀ ਕਹਿੰਦੇ ਹਸਤੀ ਘੋੜੇ ਪਾਖਰੇ ਲਸ਼ਕਰ ਲੱਖ ਅਪਾਰ, ਕਿਸੀ ਹੀ ਨਾਲ ਨ ਚੱਲਿਆ ਖਪਖਾ ਮੋਏ ਅਸਾਰ। ਉਹਨਾਂ ਨੂੰ ਛੱਡ ਗਿਆ, ਹੁਣ ਮਰ ਗਿਆ, ਖਪ ਗਿਆ, ਮਿੱਟੀ ਵਿੱਚ ਮਿਲ ਗਈ ਵਾਢੀ, ਤੇ ਜੀਵ ਆਤਮਾ ਪਤਾ ਨਹੀਂ ਕਿੱਧਰ ਨੂੰ ਚਲੀ ਗਈ। ਕਿਉਂਕਿ ਆਤਮਾ ਤਾਂ ਦਿਸਦੀ ਹੋਈ ਨਹੀਂ ਆਪਾਂ ਨੂੰ, ਹੈ ਜ਼ਰੂਰ ਆ ਜਿਹੜਾ ਬੋਲਣ ਵਾਲਾ ਇਹ ਉਹੋ ਹੀ ਆ, ਪਰ ਜਦ ਸਰੀਰ ਛੱਡ ਕੇ ਜਾਂਦਾ ਉਦੋਂ ਬਾਅਦ ਇਸੇ ਨੂੰ ਪਤਾ ਹੈ ਕਿ ਇਹਨੇ ਕੀ ਫੁਰਨਾ ਚੱਕਿਆ ਤੇ ਕਿੱਥੇ ਗਿਆ। ਜਿਸ ਤਰ੍ਹਾਂ ਚਾਰ ਉਦਾਹਰਨਾਂ ਪ੍ਰੀਤਮ ਨੇ ਭਗਤ ਲੋਚਨ ਜੀ ਦੇ ਬਚਨਾਂ ਦੀਆਂ ਦਿੱਤੀਆਂ। ਅੰਤ ਕਾਲ ਜੇ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਬਲ ਬਲ ਔਤਰੇ ਅਰੀ ਬਾਈ, ਗੋਬਿੰਦ ਨਾਮ ਮਤ ਬੀਸਰੇ। ਮਰਨ ਵੇਲੇ ਪਰਮੇਸ਼ਰ ਨੂੰ ਯਾਦ ਰੱਖਿਓ ਤਾਂ ਪਰਮੇਸ਼ਰ ਦੇ ਘਰੇ ਜਾਓਗੇ। ਅੰਤ ਕਾਲ ਜੇ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਤਾਂ ਸੋਕਰ ਜੋਨ ਬਲ ਬਲ ਔਤਰੇ। ਇਸ ਤਰ੍ਹਾਂ ਇਹ ਚਾਰ ਉਦਾਹਰਨਾਂ ਪ੍ਰੀਤਮ ਨੇ ਦੇਣੀਆਂ ਕੀਤੀਆਂ ਕਿ ਅੰਤ ਵੇਲੇ ਬੰਦਾ ਜਿਹੋ ਜਿਹਾ ਫੁਰਨਾ ਬਣਾਉਂਦਾ ਹੈ ਉਸ ਹਿਸਾਬ ਨਾਲ ਹੀ ਇਹ ਉੱਥੇ ਪਹੁੰਚ ਜਾਂਦਾ ਹੈ। ਜਿਵੇਂ ਤੁਸੀਂ ਬੱਸ ਅੱਡੇ ਵਿੱਚ ਚਲੇ ਗਏ, ਉੱਥੇ ਬਹੁਤ ਬੱਸਾਂ ਖੜੀਆਂ, ਪਰ ਤੁਸੀਂ ਉਸੇ ਬੱਸ ਵਿੱਚ ਬੈਠੋਗੇ ਜਿਹੜੀ ਦੇ ਵਿੱਚ ਬੈਠਣ ਦਾ ਫੁਰਨਾ ਬਣਾਇਆ, ਜਿੱਧਰ ਜਾਣ ਦਾ ਫੁਰਨਾ। ਜਿਹੜੀ ਬੱਸ ਉੱਧਰ ਜਾਂਦੀ ਹੈ ਉਸੇ 'ਤੇ ਚੜ੍ਹਾਂਗੇ। ਇਸੇ ਤਰ੍ਹਾਂ ਜਦ ਸੁਰਤ ਸਰੀਰ ਨੂੰ ਛੱਡਦੀ ਹੈ ਸਾਡੀ ਆਤਮਾ, ਉਦੋਂ ਇਹ ਅੰਤ ਵੇਲੇ ਕੈਸਾ ਫੁਰਨਾ ਬਣਾਉਂਦੀ ਹੈ, ਅਤੇ ਜੈਸਾ ਫੁਰਨਾ ਬਣਾਉਂਦੀ ਹੈ ਉਸੇ ਪ੍ਰਾਣ ਬਾਜੂ ਤੇ ਸ਼ਬਦ ਦੇ ਮੁਤਾਬਕ ਇਹ ਅਗਲਾ ਜਨਮ ਧਾਰਨ ਕਰ ਲੈਂਦੀ ਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੁਛ ਵੀ ਇਹਦੇ ਨਾਲ ਨਹੀਂ ਜਾਂਦਾ। ਜਿਵੇਂ ਦਸਵੇਂ ਪ੍ਰੀਤਮ ਕਹਿੰਦੇ ਹਨ, ਇੱਥੇ ਹੀ ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਤੰਗ ਸੁਰੰਗ ਸੁਵਾਰੇ। ਮਸਤ ਹਾਥੀਆਂ ਵਾਲੇ, ਉੱਚੇ ਹਾਥੀਆਂ ਵਾਲੇ ਔਰ ਹਜ਼ਾਰਾਂ ਹੀ ਘੋੜਿਆਂ ਵਾਲੇ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਤੰਗ ਸੁਰੰਗ ਸਵਾਰੇ। ਕੋਟ ਤੁਰੰਗ ਕੁਰੰਗ ਸਕੂਦਤ, ਕੌਣ ਕੇ ਗੌਣ ਕੋ ਜਾਤ ਨਿਵਾਰੇ। ਕਰੋੜਾਂ ਹੀ ਘੋੜੇ ਹਵਾ ਦੀ ਨਿਆਈ ਭੱਜਣ ਵਾਲੇ, ਹਵਾ ਨੂੰ ਗੰਢਾਂ ਦੇ ਜਾਣ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਕੋਟ ਤੁਰੰਗ ਕੁਰੰਗ ਸਕੂਦਤ, ਨਿਆਵਤ ਸੀਸ ਨ ਜਾਤ ਵਿਚਾਰੇ। ਇਸੇ ਤਰ੍ਹਾਂ ਹੀ ਉਹਨਾਂ ਨੂੰ ਨਮਸਕਾਰਾਂ ਕਰਨ ਵਾਲੀ ਕਿੰਨੀ ਦੁਨੀਆ, ਥਾਂ ਥਾਂ ਤੇ ਦੁਨੀਆ ਉਹਨਾਂ ਨੂੰ ਝੁਕਦੀ ਹੈ। ਮਾਤੇ ਮਤੰਗ ਜਰੇ ਜਰ ਸੰਗੇ, ਅਨੂਪ ਤੰਗ ਸੁਰੰਗ ਸਵਾਰੇ। ਕੋਟ ਤੁਰੰਗ ਕੁਰੰਗ ਸਕੂਤ, ਪੌਣ ਕੇ ਗੌਣ ਕੋ ਜਾਤ ਨਿਵਾਰੇ। ਇਤੇ ਭਏ ਤੋ ਕਹਾਂ ਪਏ ਭੂਪਤ, ਅੰਤ ਕੋ ਨਾਂਗੇ ਪਾਏ ਪਧਾਰੇ। ਅਖੀਰ ਤੇ ਉਹ ਰਾਜੇ ਵੀ ਖਾਲੀ ਹੱਥ ਗਏ, ਸਿਕੰਦਰ ਵਰਗੇ ਜਿਨ੍ਹਾਂ ਨੂੰ ਬੜਾ ਮਾਣ ਸੀ। ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਕਿਸੀ ਹੀ ਨਾਲ ਨ ਚੱਲਿਆ ਖਪਖਾ ਮੋਏ ਅਸਾਰ। ਸੋਇਨਾ ਰੂਪਾ ਸੰਚੀਏ, ਮਾਲ ਜਾਲ ਜੰਜਾਲ ਸੋਨਾ ਚਾਂਦੀ। ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਖਜ਼ਾਨਿਆਂ ਵਿੱਚ ਢੇਰ ਲਾ ਲਏ ਆ। ਜਿਵੇਂ ਕਾਰੂ ਨੇ, ਜਿਹੜੀ ਇੱਕ ਸਰਕਾਰ ਸੀ ਕਾਰੂ ਗੁਰੂ ਪਿਆਰਿਓ ਰੋਮ ਸ਼ਹਿਰ ਦੀ, ਤਾਂ ਉਸ ਕਾਰੂ ਨੇ 45 ਗੰਜ ਮਾਇਆ ਇਕੱਠੀ ਕਰਕੇ ਸੰਸਾਰ ਭਰ ਦਾ ਆਪਣੇ ਸਾਰੇ ਦੇਸ਼ ਦਾ ਮਾਲ ਜਿਹੜਾ ਇੱਕ ਥਾਂ ਤੇ ਇਕੱਠਾ ਕਰ ਲਿਆ ਸੀ। ਪਰ ਕੀ ਉਹ ਨਾਲ ਲੈ ਗਿਆ? ਜਿਵੇਂ ਅੱਜ ਦੀਆਂ ਸਰਕਾਰਾਂ ਨੂੰ ਲਾਲਚ ਵਧਿਆ ਹੋਇਆ। ਸੰਸਾਰ ਭਰ ਦਾ, ਦੁਨੀਆ ਭਰ ਦਾ ਮਾਲ ਜਿਹੜਾ ਆਪਣੇ ਕੋਲ ਇਕੱਠਾ ਕਰ ਕਰਕੇ ਰੱਖਣ ਦੇ ਨਾਲ ਕਿਸੇ ਦੇ ਨਾਲ ਨਹੀਂ ਜਾਣਾ, ਸਭ ਇੱਥੇ ਹੀ ਰਹਿ ਜਾਣਾ ਹੈ। ਹਾਂ, ਲੈ ਕੇ ਜਾਂਦਾ ਮਨੁੱਖ ਆਪਣੇ ਨਾਲ ਕੀ? ਲੋਕਾਂ ਦੀਆਂ ਬਦ ਅਸੀਸਾਂ, ਲੋਕਾਂ ਦੀਆਂ ਫਿਟਕਾਰਾਂ, ਲਾਹਨਤਾਂ ਦੇ ਤੌਕ ਉਹਦੇ ਗਲ ਵਿੱਚ ਪੈਂਦੇ ਹਨ। ਤੇ ਗਾਹਾਂ ਜਾ ਕੇ ਫਿਰ ਪਰਮੇਸ਼ਰ ਦੇ ਦਰ ਤੇ ਅਨੇਕਾਂ ਸਜ਼ਾਵਾਂ ਵੀ ਕਹਿੰਦੇ ਮਿਲਦੀਆਂ ਹਨ। ਪ੍ਰੀਤਮ ਜੀ ਕਹਿੰਦੇ
सोयना रूपा संचिए माल जाल जंजाल सब जग में दो ही फेरी है बिन नावै सिर काल सारी दुनिया ਦੇ ਵਿੱਚ ਉਹਨਾਂ ਦਾ ਢੰਡੋਰਾ ਫੇਰਿਆ ਜਾਂਦਾ ਹੈ ਕਿ ਫਲਾਨਾ ਰਾਜਾ ਆ ਰਿਹਾ ਫਲਾਨਾ ਰਾਜਾ ਜਾ ਰਿਹਾ ਆਦਿ ਆਦਿ ਪਰ ਨਾਮ ਜਪਣ ਤੋਂ ਬਗੈਰ ਸਿਰ ਦੇ ਉੱਤੇ ਮੌਤ ਟਲਦੀ ਨਹੀਂ ਸਿਰ ਤੇ ਕਾਲ ਖੜਾ ਹੀ ਰਹਿੰਦਾ ਹੈ ਬਿਨ ਨਾਵੈ ਸਿਰ ਕਾਲ ਸਿਰ ਤੋਂ ਮੌਤ ਟਲਦੀ ਨਹੀਂ ਭਾਵ ਜੰਮਣਾ ਮਰਨਾ ਖਤਮ ਨਹੀਂ ਹੁੰਦਾ ਮਨੁੱਖ ਦਾ ਬਿਨ ਨਾਵੈ ਸਿਰ ਕਾਲ ਪਿੰਡ ਪੜੈ ਜੀਓ ਖੇਲ ਸੀ ਸਰੀਰ ਇੱਥੇ ਪਿਆ ਰਹਿ ਜਾਂਦਾ ਹੈ ਅਤੇ ਜੀਵ ਆਤਮਾ ਖੇਲ ਸੀ ਭਾਵ ਤੁਰ ਜਾਂਦੀ ਹੈ ਨਿਕਲ ਜਾਂਦੀ ਹੈ ਸਰੀਰ ਚੋਂ ਤੇ ਦੁਨੀਆ ਵਿੱਚ ਕੀਤੀਆਂ ਬਦਫੈਲੀਆਂ ਜੀਵ ਨੇ ਜੂਏ ਵਿੱਚ ਬਦਫੈਲੀਆਂ ਕੀਤੀਆਂ ਜੂਆ ਖੇਡਿਆ ਸ਼ਰਾਬਾਂ ਪੀਤੀਆਂ ਵਿਸ਼ੇ ਵਿਕਾਰ ਭੋਗੇ ਜਨਤਾ ਨੂੰ ਦੁੱਖ ਦਿੱਤੇ ਬਦਫੈਲੀਆਂ ਭਾਵ ਮਾੜੇ ਕੰਮਾਂ ਦੇ ਢੇਰ ਲਾ ਦਿੱਤੇ ਤੇ ਫਿਰ ਉਹਨਾਂ ਦੀ ਹਾਲਤ ਆਪ ਜੀ ਜਾਣਦੀ ਉਹ ਸੰਸਾਰ ਵਿੱਚ ਜਿਵੇਂ ਜੇਲ੍ਹਾਂ ਵਿੱਚ ਦੁਨੀਆ ਪਈ ਹੈ ਕਾਰਨ ਬਦਫੈਲੀਆਂ ਹੀ ਆ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਉਹ ਲੋਕ ਜਿਹੜੇ ਦੁਨੀਆ ਵਿੱਚ ਆ ਕੇ ਦੁਨੀਆ ਨੂੰ ਦੁੱਖ ਦਿੰਦੇ ਆ ਜੂਆ ਖੇਡਦੇ ਆ ਵਿਸ਼ੇ ਵਿਕਾਰ ਭੋਗਦੇ ਹਨ ਪੁੱਠੇ ਸਿੱਧੇ ਕੰਮ ਕਰਦੇ ਹਨ ਉਹ ਆਪਣੀ ਸਵਾਸਾਂ ਦੀ ਪੂੰਜੀ ਨੂੰ ਇੱਥੇ ਹਾਰ ਜਾਂਦੇ ਐ ਤੇ ਅੱਗੇ ਜਦ ਜਾਂਦੇ ਹੈ ਫਿਰ ਅੱਗੇ ਪਾਤਸ਼ਾਹ ਲਿਖਦੇ ਕਿਆ ਹਾਲ ਉਹਨਾਂ ਦਾ ਕੀ ਹਾਲ ਹੁੰਦਾ ਉਹਨਾਂ ਨੂੰ ਨਰਕਾਂ ਨੇ ਵੀ ਸਿੱਟਿਆ ਜਾਂਦਾ ਹੈ ਬਦਬੂ ਦੇ ਵਿੱਚ ਸਿੱਟਿਆ ਜਾਂਦਾ ਹੈ ਜਿੱਥੇ ਉਹਨਾਂ ਨੂੰ ਖਾਣ ਪੀਣ ਨੂੰ ਪ੍ਰਸ਼ਾਦਾ ਨਹੀਂ ਜਿਹੋ ਜਿਹੇ ਕਰਮ ਕੀਤੇ ਹੈ ਉਹੋ ਜਿਹੇ ਫਲ ਮਿਲਦੇ ਹੈ ਭੋਗਣ ਨੂੰ ਫਿਰ ਉਹਨਾਂ ਨੂੰ ਇਸ ਕਰਕੇ ਫਿਰ ਮਨੁੱਖ ਪਛਤਾਪ ਕਰਦਾ ਹੈ ਪਛਤਾਉਂਦਾ ਹੈ ਚੱਲੇ ਜੁਆਰੀ ਦੋਏ ਹੱਥ ਝਾਰ ਕਬੀਰ ਸਾਹਿਬ ਜੀ ਜਿਵੇਂ ਲਿਖਦੇ ਹਨ ਕਿ ਜੁਆਰੀਆ ਜਿਹੜਾ ਹੈ ਸੰਸਾਰ ਦੇ ਵਿੱਚੋਂ ਦੋਨੇ ਹੱਥ ਝਾੜ ਕੇ ਚਲਿਆ ਜਾਂਦਾ ਭਾਵ ਜਿਵੇਂ ਤੁਸੀਂ ਦੇਖਦੇ ਹੋ ਕੁਦਰਤੀ ਗੱਲ ਹੈ ਇਹ ਸੁਭਾਵਿਕ ਹੀ ਹੈ ਆ ਸੱਥਾਂ ਦੇ ਵਿੱਚ ਫੱਟਿਆਂ ਦੇ ਬੈਠੇ ਹੁੰਦੇ ਆ ਤਾਸ਼ ਖੇਡਣ ਵਾਲੇ ਤੇ ਜਦੋਂ ਉੱਠਦੇ ਆ ਨਾ ਸਮਾਪਤੀ ਤੇ ਉਦੋਂ ਤੁਸੀਂ ਵੇਖਿਓ ਕਿ ਕੋਈ ਚਾਦਰੇ ਤੇ ਜਾਂ ਕੱਪੜੇ ਤੇ ਜਾਂ ਪਿੰਡੇ ਤੇ ਮਿੱਟੀ ਨਹੀਂ ਲੱਗੀ ਨਾਲੇ ਉੱਠ ਕੇ ਤੁਰਨ ਲੱਗੇ ਆਪਣੇ ਢੂਈ ਨੂੰ ਏਦਾਂ ਝਾੜਦੇ ਆ ਤੇ ਨਾਲੇ ਦੋਨੇ ਹੱਥ ਝਾੜਦੇ ਆ ਕੋਈ ਮਿੱਟੀ ਤਾਂ ਲੱਗੀ ਨਹੀਂ ਪੱਤੇ ਫੜੇ ਸੀ ਹੱਥ 'ਚ ਪਰ ਅਸਲ ਵਿੱਚ ਇਹ ਸੁਭਾਵਿਕ ਹੈ ਕੁਦਰਤੀ ਹੈ ਕਿ ਉਸੇ ਤਰ੍ਹਾਂ ਮਨੁੱਖ ਦੁਨੀਆ ਵਿੱਚੋਂ ਖਾਲੀ ਹੋ ਕੇ ਤੁਰ ਜਾਂਦਾ ਜਿਵੇਂ ਜੂਏ ਵਾਲਾ ਜੂਆ ਖੇਡਣ ਵਾਲਾ ਜੂਏ ਵਿੱਚ ਆਪਣੀ ਸੰਪਤੀ ਹਾਰ ਕੇ ਹੱਥ ਝਾੜਦਾ ਹੈ ਇਸੇ ਤਰ੍ਹਾਂ ਹੀ ਇਹ ਜੀਵ ਸਵਾਸਾਂ ਦੀ ਪੂੰਜੀ ਨੂੰ ਖਤਮ ਕਰਕੇ ਇਹਦਾ ਲਾਹਾ ਨਾ ਖੱਟ ਕੇ ਫਿਰ ਦੁਨੀਆ ਵਿੱਚੋਂ ਹੱਥ ਝਾੜ ਕੇ ਤੁਰ ਜਾਂਦਾ ਹੈ ਭਾਵ ਕੁਛ ਵੀ ਨਾਲ ਨਹੀਂ ਲੈ ਕੇ ਜਾਂਦਾ ਪਿੰਡ ਪੜੈ ਜੀਓ ਖੇਲ ਸੀ ਬਦ ਫੈਲੀ ਕਿਆ ਹਾਲ ਫਿਰ ਉੱਥੇ ਬੜੀ ਭੈੜੀ ਹੁੰਦੀ ਹੈ ਪੁੱਤਾਂ ਦੇ ਖਵੇ ਗਸੀ ਹੈ ਮਨੁੱਖ ਆਪਣੇ ਧੀਆਂ ਪੁੱਤਰਾਂ ਨੂੰ ਦੇਖ ਕੇ ਬੜਾ ਖੁਸ਼ ਹੁੰਦਾ ਹੈ ਨਾਰੀ ਸੇਜ ਪਧਾਰ ਸੁੰਦਰ ਇਸਤਰੀ ਨੂੰ ਦੇਖ ਕੇ ਖੁਸ਼ ਹੁੰਦਾ ਹੈ ਕੀਮਤੀ ਸੇਜਾਂ ਨੂੰ ਓਲੇ ਗਧਿਆਂ ਨੂੰ ਪਤੀ ਪਤਨੀ ਇੱਕ ਦੂਜੇ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਆ ਅਟੈਚਮੈਂਟ ਹੈ ਚੋਆ ਚੰਦਨ ਲਾਈਐ ਕਾਪੜ ਰੂਪ ਸਿੰਗਾਰ ਬੜਾ ਹੀ ਸੁੰਦਰ ਬਣ ਕੇ ਰਹਿੰਦਾ ਹੈ ਸਰੀਰ ਤੇ ਸੈਂਟ ਛਿੜਕਦਾ ਹੈ ਚੋਆ ਚੰਦਨ ਕਹਿੰਦੇ ਹੈ ਚੰਦਨ ਦਾ ਸੈਂਟ ਕਹਿੰਦੇ ਮਨੁੱਖ ਸਰੀਰ ਤੇ ਚੰਦਨ ਛਿੜਕਦਾ ਹੈ ਔਰ ਧੀਆਂ ਪੁੱਤਰਾਂ ਨੂੰ ਦੇਖ ਦੇਖ ਕੇ ਬੜਾ ਖੁਸ਼ ਹੁੰਦਾ ਹੈ ਸੁੰਦਰ ਮਹਿਲਾਂ ਨੂੰ ਕੋਠੀਆਂ ਨੂੰ ਬੈੱਡਾਂ ਨੂੰ ਸੇਜਾਂ ਨੂੰ ਦੇਖ ਕੇ ਬੜਾ ਖੁਸ਼ ਹੁੰਦਾ ਹੈ ਸੁੰਦਰ ਕੱਪੜੇ ਪਾਉਂਦਾ ਹੈ ਸ਼ਿੰਗਾਰ ਕਰਦਾ ਹੈ ਫਿਰ ਅਖੀਰ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਚਾਹੇ ਕੋਈ ਗਰੀਬ ਹੈ ਤੇ ਚਾਹੇ ਕੋਈ ਰਾਜਾ ਹੈ ਸਭ ਨੂੰ ਲੱਕੜਾਂ ਤੇ ਹੀ ਰੱਖਿਆ ਜਾਣਾ ਖੇਹੂ ਖੇਰ ਲਾਈ ਹੈ
ਮਿੱਟੀ 'ਚੋਂ ਬਣਿਆ ਤੇ ਮੱਚ ਕੇ ਮਿੱਟੀ ਦੇ ਵਿੱਚ ਹੀ ਮਿਲ ਜਾਂਦਾ ਹੈ, ਕਿਉਂਕਿ ਮਿੱਟੀ ਦੇ ਵਿੱਚੋਂ ਫਸਲਾਂ ਪੈਦਾ ਹੁੰਦੀਆਂ, ਭੋਜਨ ਪੈਦਾ ਹੁੰਦੇ ਹੈ। ਇਸ ਕਣਕ ਨੂੰ, ਫਲ ਫਰੂਟ ਨੂੰ ਮਨੁੱਖ ਨੇ ਖਾਧਾ, ਮਨੁੱਖ ਤੋਂ ਬਿੰਦ ਬਣੀ, ਖੂਨ ਬਣਿਆ ਉਸ ਤੋਂ। ਉਸ ਬਿੰਦ ਤੋਂ ਅੱਗੇ ਜਾ ਕੇ ਮਾਤਾ ਪਿਤਾ ਦੇ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਇਹਨਾਂ ਦੋਹਾਂ ਨੂੰ ਮਿਲਾ ਕੇ ਤੁਹਾਡੀ ਬਾਡੀ ਬਣੀ ਹੈ, 5 ਤੱਤਾਂ ਦੀ ਸਰੀਰ ਬਣ ਗਿਆ। ਇਹ ਸਰੀਰ ਖੇਹ ਤੋਂ ਬਣਾਇਆ ਸੀ ਤੇ ਅਖੀਰ ਖੇਹ ਦੇ ਵਿੱਚ ਹੀ ਮਿਲ ਗਿਆ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਾਹਿਬ ਕਹਿੰਦੇ ਖੇਹ ਦੀ ਪੁੜੀ ਹੈ, ਇਹ ਮਿੱਟੀ ਦੀ ਪੁੜੀ ਹੈ ਸਾਡਾ ਸਰੀਰ, ਤੇ ਜਦੋਂ ਇਹ ਪੁੜੀ ਖੁੱਲ੍ਹ ਜਾਂਦੀ ਹੈ ਤੇ 5 ਤੱਤ ਅਲੱਗ ਅਲੱਗ ਆਪਣੇ ਤੱਤਾਂ ਵਿੱਚ ਚਲੇ ਜਾਂਦੇ ਹੈ। ਇਹ ਦੇਹ ਵੀ ਖਤਮ ਹੋ ਜਾਂਦੀ ਹੈ, ਇਹ ਵੀ ਮੁੜ ਕੇ ਲੱਭਦੀ ਨਹੀਂ। ਖੇਹੂ ਖੇਹ ਰਲਾਈ ਹੈ, ਇਸ ਤਰ੍ਹਾਂ ਖੇਹ ਨੂੰ ਖੇਹ ਵਿੱਚ ਮਿਲਾ ਦਿੱਤਾ ਜਾਂਦਾ ਹੈ, ਭਾ ਮਿੱਟੀ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਂਦਾ ਹੈ। ਛੋੜ ਚੱਲੇ ਘਰ ਬਾਰ, ਜਿਸ ਘਰ ਬਾਰ ਦਾ ਬੜਾ ਹੰਕਾਰ ਕਰਦਾ ਸੀ, ਮੇਰੀ ਕੋਠੀ ਮੇਰਾ ਮਹਿਲ, ਉਹ ਸਭ ਕੁਝ ਇੱਥੇ ਧਰਤੀ ਤੇ ਹੀ ਧਰਿਆ ਰਹਿ ਜਾਂਦਾ ਹੈ ਤੇ ਛੱਡ ਕੇ ਤੁਰ ਜਾਂਦਾ ਹੈ। ਮਾਤ ਲੋਕ ਦੇ ਵਿੱਚ ਰਹਿੰਦਾ ਹੋਇਆ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ। ਧੀਆਂ ਪੁੱਤਾਂ ਨੂੰ ਦੇਖ ਕੇ ਬੜਾ ਹੰਕਾਰ ਕਰਦਾ ਹੈ। ਮਨੁੱਖ ਆਪਣੀ ਇਸਤਰੀ ਨੂੰ, ਇਸਤਰੀ ਮਨੁੱਖ ਨੂੰ ਵੇਖ ਕੇ ਬੜਾ ਖੁਸ਼ ਹੁੰਦੀ ਹੈ, ਔਰ ਜਦੋਂ ਜਿਉਂਦਾ ਹੁੰਦਾ ਹੈ ਰੱਬ ਨੂੰ ਯਾਦ ਨਹੀਂ ਕਰਦਾਗਾ, ਆਪਣੇ ਸਰੀਰ ਦੀ ਬੜੀ ਪਰਵਾਹ ਕਰਦਾ ਹੈ, ਸਰੀਰ ਨੂੰ ਬੜਾ ਸ਼ਿੰਗਾਰ ਕੇ ਰੱਖਦਾ ਹੈ। ਤੇ ਜਦੋਂ ਸਰੀਰ ਨੂੰ ਛੱਡ ਦਿੰਦਾ ਹੈ, ਨਾ ਸਰੀਰ ਰਹਿੰਦਾ ਤੇ ਨਾ ਸੰਪਤੀ, ਉਹ ਸਰੀਰ ਦੀ ਰਹਿੰਦੀ ਹੈ ਜਿਹਦੇ ਨਾਲ ਇਹ ਜੁੜਿਆ ਹੋਇਆ ਸੀ। ਬਸ ਮਰਨ ਦੀ ਦੇਰ ਹੈ। ਮਨੁੱਖ ਦੇ 3 ਮਿੱਤਰ ਹਨ। ਇੱਕ ਤਾਂ ਸੰਸਾਰੀ ਲੋਕ, ਇਹਦੇ ਮਿੱਤਰ ਹਨ ਰਿਸ਼ਤੇਦਾਰ, ਸਾਕ ਸੰਬੰਧੀਆਂ, ਧੀਆਂ ਪੁੱਤਰ। ਇਹ ਵੀ ਜਿੰਨਾ ਚਿਰ ਜਿਉਂਦਾ ਹੈ ਓਨਾ ਚਿਰ ਇਸ ਦੇ ਹੈ, ਤੇ ਮੁੜ ਕੇ ਇਹੀ ਸਮਾਰ ਕੇ ਲੱਕੜਾਂ ਵਿੱਚ ਚਿਣਦੇ ਹੈ, ਔਰ ਫਿਰ ਆਪਣੇ ਹੱਥੀ ਲਾਂਬੂ ਵੀ ਲਾ ਦਿੰਦੇ ਨੇ। ਦੂਸਰਾ ਮਿੱਤਰ ਮਾਇਆ ਹੈ। ਮਾਇਆ ਵੀ ਇਹਦੀ ਓਨਾ ਚਿਰ ਮਿੱਤਰ ਹੈ ਜਿੰਨਾ ਚਿਰ ਜਿਉਂਦਾ ਹੈ। ਜਦੋਂ ਮਰ ਜਾਂਦਾ ਹੈ, ਉਸ ਮਾਇਆ ਦੇ ਜਿਹੜੇ ਮਾਲਕ ਹੈ ਹੋਰ ਪੈਦਾ ਹੋ ਜਾਂਦੇ ਆ। ਕਬੀਰ ਸਾਹਿਬ ਨੇ ਲਿਖਿਆ, ਖਸਮ ਮਰੈ ਤੋ ਨਾਰ ਨਾ ਰੋਵੇ। ਜਦੋਂ ਖਸਮ ਮਰ ਜਾਂਦਾ ਇਸਤਰੀ ਰੋਂਦੀ ਨਹੀਂ। ਹੁਣ ਤੁਸੀਂ ਕਹੋਗੇ ਰੋਂਦੀਆਂ ਤਾਂ ਵੇਖੀਆਂ ਬਿਲਕਦੀਆਂ ਜਦੋਂ ਕੋਈ ਮਰ ਜਾਂਦਾ, ਨਹੀਂ, ਇਹ ਗੱਲ ਹੋਰ ਹੈ। ਇੱਥੇ ਖਸਮ ਹੈ ਮਾਇਆ ਦਾ, ਖਸਮ ਹੈ ਕੋਠੀ ਦਾ, ਮਹਿਲ ਦਾ, ਜ਼ਮੀਨ ਦਾ, ਸੰਪਤੀ ਦਾ, ਖਜ਼ਾਨਿਆਂ ਦਾ ਖਸਮ ਹੈ ਜਿਹੜਾ ਮਾਲਕ। ਜਿਵੇਂ ਬੜੇ ਹੰਕਾਰ ਕਰਦੇ ਆ ਸਰਕਾਰਾਂ, ਬੜਾ ਹੰਕਾਰ ਕਰਦੇ ਆ ਰਾਜੇ ਲੋਕ, ਅਮੀਰ ਲੋਕ, ਸਾਡੇ ਕੋਲ ਇੰਨਾ ਧਨ ਹੋ ਗਿਆ, ਅਸੀਂ ਇੰਨੇ ਨੰਬਰ ਤੇ ਦੁਨੀਆ ਵਿੱਚੋਂ ਅਮੀਰ ਹੋ ਗਏ। ਉਹ ਉਸਦੇ ਖਸਮ ਬਣਦੇ ਆ, ਮਾਲਕ ਬਣਦੇ ਆ। ਪਰ ਜਦੋਂ ਇਹ ਮਾਇਆ ਦੇ ਮਾਲਕ ਮਰ ਜਾਂਦੇ ਹੈ ਤੇ ਮਾਇਆ ਰੋਂਦੀ ਥੋੜਾ ਹੀ ਆ। ਕਹੋ ਸਤਨਾਮ ਸ੍ਰੀ। ਮਾਇਆ ਨੂੰ ਕੀ ਲੋੜ ਆ ਰੋਣ ਦੀ, ਉਹਦੇ ਮਾਲਕ ਹੋਰ ਬਥੇਰੇ ਹੈ। ਖਸਮ ਮਰੈ ਤੋ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ। ਉਹਦਾ ਮਾਲਕ ਹੋਰ ਬਣ ਜਾਂਦਾ ਹੈ। ਰਖਵਾਰੇ ਕਾ ਹੋਏ ਵਿਨਾਸ਼, ਤੇ ਜਿਹੜਾ ਇਸ ਮਾਇਆ ਦਾ ਮਾਲਕ ਬਣ ਕੇ ਬਹਿੰਦਾ ਆ ਮੇਰਾ, ਆ ਮੇਰਾ, ਆਗੇ ਨਰਕ ਇਹਾਂ ਭੋਗ ਵਿਲਾਸ। ਠੀਕ ਹੈ, ਆਮ ਕਹਾਵਤ ਹੈ, ਕਹਿੰਦੇ ਚੋਰ ਨੂੰ ਖਾਂਦੇ ਨੂੰ ਨਾ ਦੇਖੋ, ਚੋਰ ਦੇ ਪੈਂਦੀਆਂ ਵੀ ਦੇਖੋ ਫਿਰ ਕਿਵੇਂ ਪੈਂਦੀਆਂ। ਕਹੋ ਸਤਨਾਮ ਸ੍ਰੀ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਸਿੱਖੋ। ਉਹ ਰਖਵਾਰਾ ਜਿਹੜਾ ਇੱਥੇ ਮਾਇਆ ਨੂੰ ਭੋਗਦਾ, ਪਰ ਫਿਰ ਪਤਾ ਲੱਗਦਾ ਜਦ ਪੈਂਦੀਆਂ, ਤੇ ਇੱਥੇ ਸਾਡੇ ਸਾਹਮਣੇ ਵੀ ਪੈਂਦੀਆਂ ਜਦ ਚੋਰ ਫੜੇ ਜਾਂਦੇ ਹੈ। ਪਹਿਲਾਂ ਤਾਂ ਦੁਨੀਆ ਠੇਡੇ ਮਾਰ ਮਾਰ ਕੇ ਅੱਧਮੋਇਆ ਕਰ ਦਿੰਦੀ ਹੈ, ਫਿਰ ਜੇਲ੍ਹਾਂ ਵਿੱਚ ਸਿੱਟੇ ਜਾਂਦੇ ਹੈ। ਇਹ ਤਾਂ ਸਾਹਮਣੇ ਸਰੀਰ ਦੀ ਰਚਨਾ ਦੇਖਦੇ ਆ, ਆਤਮਾ ਨੂੰ ਵੀ ਦੁੱਖ ਦਿੱਤੇ ਜਾਂਦੇ ਆ। ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਰਖਵਾਰੇ ਕਾ ਹੋਏ ਵਿਨਾਸ਼, ਆਗੇ ਨਰਕ ਇਹਾਂ ਭੋਗ ਵਿਲਾਸ।
ਖੇਹੂ ਖੇਰ ਲਾਈਐ ਛੋੜ ਚੱਲੇ ਘਰ ਬਾਰ। ਅਖੀਰ ਮਿੱਟੀ ਚੋਂ ਬਣੀ ਬਾਡੀ ਮਿੱਟੀ 'ਚ ਮਿਲ ਜਾਂਦੀ ਹੈ ਤੇ ਆਤਮਾ ਵੀ ਮਿੱਟੀ 'ਚ ਮਿਲਦੀ ਆ। ਕਿਸ ਤਰ੍ਹਾਂ? ਦੁਆਰੇ ਦੂਸਰਾ ਸਰੀਰ ਜਿਹੜਾ ਧਾਰਨ ਕੀਤਾ ਉਹ ਵੀ ਤਾਂ ਮਿੱਟੀ ਦਾ ਹੀ ਆ। ਠੂਹੇ ਕਿਰਲੀਆਂ ਸੱਪਾਂ ਆਦਿ ਇਹਨਾਂ ਦੇ ਵਿੱਚ ਜਾ ਕੇ ਜਦੋਂ ਪੈਦਾ ਹੁੰਦਾ ਸੂਰ ਬਣਦਾ, ਸੂਰ ਬਣ ਕੇ ਫਿਰ ਗੰਦਗੀ ਵਿੱਚ ਮੂੰਹ ਮਾਰਦਾ, ਗਾਰੇ 'ਚ ਮੂੰਹ ਮਾਰਦਾ, ਨਾਲੀਆਂ 'ਚ ਮੂੰਹ ਮਾਰਦਾ। ਇਹ ਮਨੁੱਖ ਨੂੰ ਸਾਰੇ ਸੀਨ ਦਿਖਾਏ ਆ ਬਾਣੀ 'ਚ ਸਤਿਗੁਰ ਨੇ, ਜੇ ਕਿਤੇ ਇਹਨੂੰ ਅਕਲ ਆ ਜਾਵੇ ਮੂਰਖ ਨੂੰ। ਗੁਰੂ ਕਿਰਪਾ ਸਦਕਾ ਹੀ ਵੱਡੇ ਭਾਗਾਂ ਨਾਲ ਸਮਝ ਆਉਂਦੀ ਆ। ਮੇਰੇ ਪ੍ਰੀਤਮ ਜੀ ਕਹਿੰਦੇ ਖੇਹੂ ਖੇਰ ਲਾਈਐ ਛੋੜ ਚੱਲੈ ਘਰ ਬਾਰ। ਮਹਿਰ ਮਲੋਕ ਕਹਾਈਐ ਰਾਜਾ ਰਾਓ ਕੇ ਖਾਨ। ਦੁਨੀਆ ਵਿੱਚ ਬੜੇ ਵੱਡੇ ਵੱਡੇ ਨਾਂ ਧਰਾਉਂਦਾ ਬੰਦਾ। ਉੱਚੇ ਮੰਦਰ ਸਾਲ ਸੋਈ ਏਕ ਘਰੀ ਫੁਨ ਰਹਿ ਨਾ ਹੋਈ। ਜਿਨ੍ਹਾਂ ਵੱਡੇ ਵੱਡੇ ਮੰਦਰਾਂ ਨੂੰ ਆਪਣੇ ਸਮਝਦਾ ਹੈ ਤੇ ਜਦ ਮੌਤ ਹੋ ਜਾਂਦੀ ਹੈ ਕੋਈ ਉਹਨੂੰ ਇੱਕ ਰਾਤ ਵੀ ਮਜਬੂਰੀ ਨਾਲ ਰੱਖਦਾ। ਜੇ ਰਾਤ ਨੂੰ ਮਰ ਜਾਵੇ, ਨਹੀਂ ਤਾਂ ਫਿਰ ਜੇ ਤੜਕੇ ਮਰ ਜਾਵੇ ਤੇ ਫਿਰ ਰਾਤ ਨਹੀਂ ਪੈਣ ਦਿੰਦਾਗਾ। ਕੋ ਸਤਨਾਮ ਆਪਣਾ ਸੁਭਾਅ ਹੀ ਹੈ ਨਾ, ਉਹ ਛੇਤੀ ਲੈ ਚੱਲੋ ਯਾਰ, ਰਾਤ ਪਈ ਜਾਂਦੀ ਹੈ, ਚਲੋ ਹੁਣ ਮਿੱਟੀ ਨੂੰ ਸੰਭਾਲੀਏ। ਮਿੱਟੀ ਦਾ ਕੀ ਕਰਨਾ ਹੈ ਆਪਾਂ ਇਸ ਦਾ, ਕਿਉਂਕਿ ਵਿੱਚ ਬੋਲਣ ਵਾਲਾ ਨਿਕਲ ਗਿਆ ਹੈ, ਮਰ ਗਿਆ ਹੈ, ਭਾਵ ਚਲਿਆ ਗਿਆ ਹੈ। ਮਹਿਰ ਮਲੋਕ ਕਹਾਈ ਹੈ ਵੱਡੇ ਵੱਡੇ ਨੰਬਰਦਾਰ। ਸਰਪੰਚ ਚੌਧਰੀ ਕਹਾਉਣਾ। ਗੁੱਜਰਾਂ ਦੇ ਨੰਬਰਦਾਰਾਂ ਨੂੰ ਮਹਿਰ ਕਹਿੰਦੇ ਹਨ, ਮਲੋਕ ਬਲੋਚਾਂ ਦੇ ਨੰਬਰਦਾਰਾਂ ਨੂੰ ਮਲੋਕ ਕਹਿੰਦੇ ਹੈ। ਕਹਿੰਦੇ ਦੁਨੀਆ ਵਿੱਚ ਆਪਣੇ ਆਪ ਨੂੰ ਵੱਡੀਆਂ ਵੱਡੀਆਂ ਪਦਵੀਆਂ ਦੇ ਮਾਲਕ ਸਮਝਣਾ। ਆ ਦੇਖੋ ਨਾ, ਇਹ ਹਿੰਦੁਸਤਾਨ ਦੇ ਵਿੱਚ ਵੀ ਕਿੰਨੇ ਰਾਜੇ ਰਾਜ ਕਰਕੇ ਚਲੇ ਗਏ ਤੇ ਜਿਹੜੇ ਪਿਛਲੇ ਸਮਿਆਂ ਵਿੱਚ ਮਰ ਗਏ ਉਹ ਵੀ ਬੜੇ ਹੰਕਾਰੀ ਸੀ। ਕਹਿੰਦੇ ਸੀ ਲੈ ਸਾਡੇ ਬਿਨਾਂ ਤਾਂ ਦੇਸ਼ ਹੀ ਨਹੀਂ ਚੱਲਦਾ, ਅਸੀਂ ਦੇਸ਼ ਨੂੰ ਚਲਾ ਰਹੇ ਹਾਂ। ਤੇ ਅਖੀਰ ਸਮਾਂ ਆਇਆ, ਉਹਨਾਂ ਦਾ ਖਾਤਮਾ ਹੋ ਗਿਆ। ਉਸ ਤੋਂ ਬੈਕ ਚਲੇ ਜਾਓ, ਅਹਿਮਦ ਸ਼ਾਹ ਅਬਦਾਲੀ ਤੱਕ ਚਲੇ ਜਾਓ, ਉਸ ਤੋਂ ਹੋਰ ਅੱਗੇ ਚਲੇ ਜਾਓ, ਅਸ਼ੋਕ ਸਿਕੰਦਰ ਵਰਗੇ ਰਾਜੇ, ਰਾਵਣ ਵਰਗੇ ਰਾਜੇ, ਕੰਸ ਵਰਗੇ। ਗੁਰੂ ਪਿਆਰਿਓ, ਉਹ ਸਾਰੇ ਰਾਜੇ ਅੱਜ ਕਿੱਥੇ ਹਨ? ਮਿੱਟੀ ਵਿੱਚ ਮਿਲ ਗਏ, ਦਿਸਦੇ ਨਹੀਂ। ਤੇ ਅੱਜ ਚੱਲ ਰਹੇ ਆਪਣੇ ਹੰਕਾਰ ਨੂੰ ਛੱਡਦੇ ਨਹੀਂ, ਉਹ ਵੀ ਮਿੱਟੀ ਵਿੱਚ ਮਿਲਣਗੇ। ਬਹੁਤਾ ਸਮਾਂ ਉਹਨਾਂ ਨੇ ਵੀ ਨਹੀਂ ਕੱਟਣਾ, ਕਿਉਂਕਿ ਮੌਤ ਸਭ ਦੇ ਸਿਰ ਤੇ ਹੈ ਔਰ ਮੌਤ ਨੇ ਕਿਸੇ ਨੂੰ ਬਖਸ਼ਣਾ ਨਹੀਂ। ਪਾਤਸ਼ਾਹ ਜੀ ਕਹਿੰਦੇ ਚਾਹੇ ਕੋਈ ਚੌਧਰੀ ਹੋਵੇ, ਚਾਹੇ ਨੰਬਰਦਾਰ ਹੋਵੇ, ਮਹਿਰ ਮਲੋਕ ਚੌਧਰੀ ਨੰਬਰਦਾਰ। ਮਹਿਰ ਮਲੋਕ ਕਹਾਈਆ ਰਾਜਾ ਰਾਓ ਕੇ ਖਾਨ। ਇਹ ਨੰਬਰਦਾਰ ਚੌਧਰੀ ਵੀ ਸਰਕਾਰੀ ਬੰਦੇ ਹੁੰਦੇ ਸੀ ਥੱਲਿਓ। ਕਹਿੰਦੇ ਇਹ ਜਿਹੜੇ ਆਪਣੇ ਆਪ ਨੂੰ ਦੁਨੀਆ ਦੇ ਮਾਲਕ ਸਮਝਦੇ ਐ, ਚੌਧਰੀ, ਨੰਬਰਦਾਰ, ਰਾਜੇ, ਖਾਨ, ਰਾਓ, ਵਜ਼ੀਰ, ਚੌਧਰੀ ਰਾਓ ਸਰਾਈਆ। ਕਹਿਣ ਲੱਗੇ ਇਸ ਤਰ੍ਹਾਂ ਜਿਹੜੇ ਆਪਣੇ ਆਪ ਦੀ ਚੌਧਰ ਸਮਝਦੇ ਐ, ਰਜਵਾੜਿਆਂ ਦੇ ਮਾਲਕ, ਇਹਨਾਂ ਨੂੰ ਰਾਓ ਕਹਿੰਦੇ ਐ। ਇਸ ਤਰ੍ਹਾਂ ਚੌਧਰੀ ਰਾਓ ਸਦਾਈਆ ਜਲ ਵਲੀਆ ਅਭਿਮਾਨ। ਜੇ ਬੜਾ ਹੰਕਾਰ ਕਰਦੇ ਐ ਔਰ ਹੰਕਾਰ ਦੇ ਵਿੱਚ ਜਿਉਂਦੇ ਵੀ ਸੜਦੇ ਆ। ਮਰਨ ਤੋਂ ਬਾਅਦ ਤਾਂ ਸਾਰੀ ਦੁਨੀਆ ਹੀ ਸੜਦੀ ਆ ਅੱਗ ਵਿੱਚ, ਪਰ ਇਹ ਜਿਉਂਦੇ ਸੜੀ ਜਾਂਦੇ ਆ। ਕਬੀਰ ਸਾਹਿਬ ਨੇ ਵੀ ਦੋ ਦੁੱਖ ਦੱਸੇ ਨੇ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਕਦੇ ਮਾਂ ਦੇ ਪੇਟ ਦੀ ਅੱਗ ਵਿੱਚ ਜੀਵ ਸੜਦਾ ਹੈ, ਫਿਰ ਜਨਮ ਲੈ ਲੈਂਦਾ, ਫਿਰ ਆਪਣੇ ਹੰਕਾਰ ਨਾਲ ਸੜਦਾ, ਈਰਖਾ ਨਾਲ ਸੜਦਾ, ਦਵੈਤ ਨਾਲ ਸੜਦਾ, ਪਿਆਰ ਨਹੀਂ ਕਰਦਾ ਸੰਸਾਰ ਦੇ ਨਾਲ, ਫਿਰ ਆਪਣੀ ਈਰਖਾ ਦੇ ਨਾਲ ਸੜਦਾ ਹੈ। ਉਸ ਤੋਂ ਬਾਅਦ ਚਿਖਾ ਵਿੱਚ ਸੜਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਵੱਡੇ ਦੁੱਖ ਹੈ ਮਾਰੇ, ਜੰਮਣਾ ਮਰਨਾ ਹੀ ਖਤਮ ਕਰੋ ਮੇਰਾ। ਅੱਜ ਭਗਤ ਰਵਿਦਾਸ ਜੀ ਦਾ ਜਨਮ ਦਿਨ ਹੈ, ਸਰਬਤ ਸੰਗਤਾਂ ਨੂੰ ਵਧਾਈਆਂ ਹੋਵਨ। ਭਗਤ ਰਵਿਦਾਸ ਜੀ ਵੀ ਕਹਿੰਦੇ ਹਨ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਹਾਰੇ ਲੇਖੈ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬੜਾ ਲੰਬਾ ਸਮਾਂ ਹੋ ਗਿਆ। ਔਰ ਧੰਨ ਪਾਤਸ਼ਾਹ ਜੀ ਕਹਿੰਦੇ ਹਨ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਕਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ।
ਇਸ ਕਰਕੇ ਗੁਰੂ ਪਿਆਰਿਓ, ਇਹ ਮਨੁੱਖਾ ਜੀਵਨ ਮਿਲਿਆ ਸੀ ਪਰਮੇਸ਼ਰ ਵਿੱਚ ਮਿਲਣ ਵਾਸਤੇ, ਪਰ ਮਨੁੱਖ ਇੱਥੇ ਆਪਣੀਆਂ ਪਦਵੀਆਂ ਦੇ ਹੰਕਾਰ 'ਚ ਭੁੱਲ ਹੀ ਗਿਆ ਕਿ ਮੈਂ ਕੌਣ ਆ, ਕਿੱਥੋਂ ਆਇਆ। ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ, ਏਤੀ ਨ ਜਾਣੋ ਕੇਤਿਕ ਮੁੱਦਤ ਚਲਤੇ ਖਬਰ ਨਾ ਪਾਇਓ। ਤੈਨੂੰ ਪਤਾ ਤੂੰ ਕੌਣ ਹੈ, ਕਿੱਥੋਂ ਆਇਆ। ਭਾਵ ਮਨੁੱਖ ਨੂੰ ਇਹ ਚੀਜ਼ ਜਿਹੜੀ ਹੈ ਭੁੱਲ ਗਈ ਹੈ। ਪਾਤਸ਼ਾਹ ਜੀ ਕਹਿੰਦੇ ਇਹ ਮਨੁੱਖ ਜਿਹੜਾ ਹੈ ਪਰਮਾਤਮਾ ਨੂੰ ਭੁੱਲ ਚੁੱਕਿਆ ਹੈ ਅਤੇ ਭੁੱਲ ਕਰਕੇ ਆਪਣੀ ਅਸਲੀਅਤ ਨੂੰ ਵਿਗਾੜ ਚੁੱਕਿਆ, ਵਿਸਾਰ ਚੁੱਕਿਆ ਹੈ। ਅਖੀਰ ਆਪਣੇ ਹੰਕਾਰ ਵਿੱਚ ਆਪੇ ਹੀ ਸੜ ਜਾਂਦਾ, ਮਰ ਜਾਂਦਾ ਹੈ। ਮਨ ਮੁਖ ਨਾਮ ਵਿਸਾਰਿਆ, ਫਿਰ ਕਿਹੋ ਜਿਹਾ ਲੱਗਦਾ ਹੈ। ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕੇ ਫਿਰ ਕਿਹੋ ਜਿਹਾ ਲੱਗਦਾ ਹੈ। ਜਿਉਂ ਡਵ ਦੱਦਾ ਕਾਨ, ਕਾਨ ਕਹਿੰਦੇ ਆ ਕਾਨੇ ਨੂੰ। ਜੰਗਲ ਵਿੱਚ ਅੱਗ ਲੱਗ ਜਾਵੇ, ਉਹੀ ਕਾਨਾ ਪਹਿਲਾਂ ਕਿੰਨਾ ਚਮਕਦਾ, ਪੀਲੇ ਰੰਗ ਦਾ, ਸੁਨਹਿਰੀ ਰੰਗ ਦਾ। ਜਦੋਂ ਅੱਗ ਲੱਗ ਜਾਵੇ ਉਹਨੂੰ ਸੇਕ ਜਿਹਾ ਲੱਗ ਜਾਂਦਾ ਹੈ, ਕਾਲਸ ਜੀ ਲੱਗ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖ ਦਾ ਹਾਲਤ ਹੈ। ਇਹ ਵੀ ਗੁਰੂ ਪਿਆਰਿਓ ਤਿੰਨ ਤਰ੍ਹਾਂ ਦੀ ਅੱਗ ਵਿੱਚ ਸੜਦਾ ਅਤੇ ਉਸ ਕਾਲੇ ਪੀਲੇ ਜਿਹੇ ਕਾਨਿਆਂ ਵਰਗਾ ਲੱਗਦਾ। ਜਿਉਂ ਡਬ ਦੱਦਾ ਕਾਨ, ਜਿਵੇਂ ਅਗਨੀ ਤੋਂ ਸੜੇ ਹੋਏ ਕਾਨੇ ਲੱਗਦੇ ਆ, ਉੱਪਰ ਦਾ ਪ੍ਰਤੀਤ ਹੁੰਦਾ, ਪਰੰਤੂ ਉਹ ਨਿਰੀ ਸਵਾਹ ਹੀ ਹੁੰਦੀ ਹੈ। ਇਸ ਪ੍ਰਕਾਰ ਮਨੁੱਖਾਂ ਦੇ ਸਰੀਰਾਂ ਦੇ ਆਕਾਰ ਦਿਸਣ ਨੂੰ ਤਾਂ ਮਨੁੱਖ ਲੱਗਦੇ ਹੈ, ਪਰ ਅੰਦਰੋਂ ਆਸ਼ਾ, ਤ੍ਰਿਸ਼ਨਾ, ਈਰਖਾ, ਦੂਈ, ਦਵੈਰ ਦੇ ਨਾਲ ਸੜੇ ਪਏ ਨੇ। ਜਿਵੇਂ ਰੱਸੀ ਮੱਚ ਜਾਂਦੀ ਹੈ ਨਾ, ਤੇ ਰੱਸੀ ਦੀ ਉਹ ਸ਼ਕਲ ਜੀ ਸਾਹਮਣੇ ਸਾਨੂੰ ਦਿਸਦੀ ਹੈ ਕਿ ਰੱਸੀ ਪਈ ਆ, ਵੱਟ ਜਾ ਉਵੇਂ ਹੀ ਲੱਗਦਾ ਸਵਾਹ ਦੇ ਵਿੱਚ, ਪਰ ਹੱਥ ਲਾਈਏ ਤੇ ਉਹ ਨਿਰੀ ਸਵਾਹ ਹੁੰਦੀ ਹੈ, ਢਹਿ ਜਾਂਦੀ ਹੈ। ਉਸੇ ਤਰ੍ਹਾਂ ਇਹ ਮਨੁੱਖ ਵੀ ਆਸ਼ਾ ਤ੍ਰਿਸ਼ਨਾ ਨਾਲ ਅੰਦਰੋਂ ਖੋਖਲਾ ਹੋਇਆ ਪਿਆ, ਸੜਿਆ ਪਿਆ। ਜਿਵੇਂ ਕਈ ਦਰਖਤ ਆਪਾਂ ਨੂੰ ਖੜੇ ਦਿਸਦੇ ਆ ਬੜੇ ਸੁੰਦਰ, ਪਰ ਅੰਦਰੋਂ ਅੰਦਰੀ ਜੇ ਸਿਉਂਖ ਉਹਨਾਂ ਨੂੰ ਮਿੱਟੀ ਬਣਾ ਦੇਵੇ ਤੇ ਮਾੜਾ ਜਿਹਾ ਝਟਕਾ ਵੱਜਿਆ, ਮਾੜਾ ਜਿਹਾ ਹਨੇਰੀ ਆਈ, ਝੱਖੜ ਆਇਆ ਤੇ ਉਹ ਡਿੱਗ ਜਾਂਦੇ ਆ। ਇਹੀ ਹਾਲਤ ਪਾਤਸ਼ਾਹ ਜੀ ਕਹਿੰਦੇ ਇਸ ਮਨੁੱਖ ਦੀ ਵੀ ਹੈ। ਮਨਮੁਖ ਨਾਮ ਵਿਸਾਰਿਆ, ਜਿਉਂ ਡਬ ਦੱਦਾ ਕਾਨ, ਜਿਵੇਂ ਕਾਨੇ ਜਿਹੜੇ ਹੈ ਅੱਗ ਦੇ ਵਿੱਚ ਝੁਲਸੇ ਜਾਂਦੇ ਆ, ਇਹ ਬੰਦਾ ਅੰਦਰੋਂ ਝੁਲਸਿਆ ਪਿਆ। ਹਉ ਮੈਂ ਕਰ ਕਰ ਆ ਜਾਏ ਸੀ, ਜੋ ਆਇਆ ਜਗ ਮਾਹੇ। ਇੱਥੇ ਦੁਨੀਆ ਵਿੱਚ ਜਿਹੜਾ ਵੀ ਆਇਆ ਕਿਸੇ ਨੇ ਰਹਿਣਾ ਨਹੀਂ, ਔਰ ਆਪਣੇ ਹੰਕਾਰ ਦੇ ਨਾਲ ਹੀ ਤੁਰੀ ਜਾਂਦੀ ਹੈ ਦੁਨੀਆ। ਬਾਬਾ ਫਰੀਦ ਜੀ ਵੀ ਕਹਿੰਦੇ, ਫਰੀਦਾ ਜਿੱਤੀ ਆਸਨ ਹਮ ਬੈਠੇ ਕੇਤੇ ਬੈਸ ਗਏ। ਜਿੱਥੇ ਹੁਣ ਆਪਾਂ ਬੈਠੇ ਹਾਂ, ਇੱਥੇ ਸਾਡੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਬਹਿ ਬਹਿ ਕੇ ਤੁਰ ਗਏ। ਦਿੱਲੀ ਦੇ ਤਖ਼ਤ 'ਤੇ ਪਤਾ ਨਹੀਂ ਕਿੰਨੇ ਬੈਠ ਬੈਠ ਕੇ ਰਾਜ ਕਰਕੇ ਤੁਰ ਗਏ, ਪਰ ਜਿਹੜੇ ਨਵੇਂ ਆਉਂਦੇ ਆ ਉਹ ਕਹਿੰਦੇ ਅਸੀਂ ਨਹੀਂ ਮਰਦੇ। ਕੋ ਸਤਨਾਮ ਸੀ, ਮਰਨ ਵਾਲੇ ਮਰ ਗਏ, ਪਰ ਜੇ ਨਵੇਂ ਬਹਿ ਜਾਂਦੀ ਹੈ ਕੁਰਸੀ 'ਤੇ, ਤਖ਼ਤ 'ਤੇ, ਦਿੱਲੀ ਦੇ ਆਸਣ 'ਤੇ, ਉਹ ਸੋਚਦੇ ਆ ਉਹ ਤਾਂ ਮਰ ਗਿਆ, ਮੈਂ ਨਹੀਂ ਮਰਦਾ। ਆਵਰ ਦੇਖ ਮਾਇਆ ਮਨ ਤੋਲੇ, ਉਹ ਮਰ ਗਏ ਹੈ, ਆਪਾਂ ਹੈਗੇ ਨਾ, ਹੁਣੇ ਆਪਣੀ ਹੈ ਮਾਇਆ ਸਾਰੀ। ਕੋ ਸਤਨਾਮ ਸ੍ਰੀ, ਉਹਨੂੰ ਜੱਫੇ ਮਾਰਦਾ ਤੇ ਅਖਰੋ ਵੀ ਮਰ ਜਾਂਦਾ। ਇਹ ਮਾਇਆ ਨਹੀਂ ਮਰਦੀ। ਖਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ। ਰਖਵਾਰੇ ਕਾ ਹੋਏ ਵਿਨਾਸ਼, ਆਗੇ ਨਰਕ ਇਹਾਂ ਭੋਗ ਵਿਲਾਸ। ਇੱਥੇ ਮਾਇਆ ਨੂੰ ਭੋਗਦਾ, ਅਖੀਰ ਨਰਕਾਂ ਵਿੱਚ ਸਿੱਟਿਆ ਜਾਂਦਾ। ਮੇਰੇ ਪ੍ਰੀਤਮ ਜੀ ਕਹਿੰਦੇ, ਸਭ ਜਗ ਕਾਜਲ ਕੋਠੜੀ, ਤਨ ਮਨ ਦੇਹ ਸੋਆਏ। ਇਹ ਕੋਲਿਆਂ ਦਾ ਕੋਠਾ ਹੀ ਹੈ ਸਾਰਾ। ਕਾਜਲ ਕਹਿੰਦੀ ਆ ਕਾਲਸ ਨੂੰ। ਆ ਸੁਰਮਾ ਅੱਖਾਂ 'ਚ ਪਾਉਂਦੇ ਸੀ ਪਹਿਲਾਂ ਲੋਕ, ਉਹਨੂੰ ਕੱਜਲ ਕਹਿੰਦੇ ਸੀਗੇ। ਉਹ ਕਾਲਾ ਹੋਣ ਕਰਕੇ ਉਹਦਾ ਨਾਮ ਕੱਜਲ ਰੱਖ ਲਿਆ, ਕਾਜਲ ਰੱਖ ਲਿਆ। ਬਾਣੀ 'ਚ ਵਿੱਚ ਸ਼ਬਦ ਵਰਤਿਆ। ਇਹ ਸੰਸਾਰ ਜਿਹੜਾ ਕੋਲਿਆਂ ਦਾ ਕੋਠਾ ਹੈ। ਕਬੀਰ ਸਾਹਿਬ ਜੀ ਨੇ ਵੀ ਕਿਹਾ, ਕਬੀਰ ਜਗ ਕਾਜਲ ਕੀ ਕੋਠੜੀ, ਅੰਧ ਪਰੇ ਤਿਸ ਮਾਹੇ। ਇਹ ਸੰਸਾਰ ਕਾਲਸ ਦਾ ਕੋਠਾ ਹੈ। ਉਸੇ ਤਰ੍ਹਾਂ ਹੀ ਬੰਦਾ ਜਿਹੜਾ ਇਹਦੇ ਵਿੱਚ ਅੰਨਾ ਹੋ ਕੇ ਚੱਲਦਾ। ਹੁਣ ਜੇ ਕੋਲਿਆਂ ਦੀ ਦੁਕਾਨ 'ਚੋਂ ਕੋਲੇ ਲੈਣ ਜਾਈਏ ਤੇ ਉੱਥੇ ਆਪਾਂ ਆਪਣੇ ਆਪ ਨੂੰ ਬਚਾ ਕੇ ਕੋਲੇ ਖਰੀਦਦੇ ਹਾਂ ਵੀ ਕੱਪੜੇ ਨਾ ਕਾਲੇ ਹੋ ਜਾਣ। ਪਰ ਜੇ ਕੋਈ ਅੰਨ੍ਹੇਵਾਹੀ ਵਿੱਚ ਵੜ ਜਾਵੇ ਤੇ ਫਿਰ ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ ਹੀ ਹੁੰਦਾ। ਕਹੋ ਸਤਨਾਮ, ਆਮ ਕਹਾਵਤ ਹੈ।
ਕਿਉਂਕਿ ਬਾਰ-ਬਾਰ ਕੋਲਿਆਂ ਨੂੰ ਹੱਥ ਲਾਉਣੇ ਤੇ ਹੱਥ ਮੂੰਹ ਨੂੰ ਲੱਗਣੇ ਤੇ ਮੂੰਹ ਕਾਲਾ। ਪਰ ਇਸ ਦਾ ਮਤਲਬ ਹੈ ਵਿਕਾਰ ਕਰਨ ਦੇ ਨਾਲ ਸਾਡਾ ਜੀਵਨ ਖਰਾਬ ਹੁੰਦਾ, ਕਾਲਾ ਹੁੰਦਾ। ਇਹ ਕਹਾਵਤ ਹੈ, ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ। ਪ੍ਰੀਤਮ ਜੀ ਕਹਿੰਦੇ, ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਹਉ ਬਲਿਹਾਰੀ ਤਿਨ ਕਉ ਪੈਸ ਜੋ ਨਿਕਸ ਜਾਹੇ ਮੈਂ ਬਲਿਹਾਰੇ ਜਾਵਾਂ ਉਹਨਾਂ ਤੋਂ ਜਿਹੜੇ ਇਹਦੇ ਵਿੱਚ ਆ ਕੇ ਆਪਣੇ ਆਪ ਨੂੰ ਬਚਾ ਕੇ ਨਿਕਲ ਗਏ। ਸਭ ਜਗ ਕਾਜਲ ਕੋਠੜੀ ਤਨ ਮਨ ਦੇਹ ਸਵਾਹ। ਇਸਾ ਮਿੱਟੀ ਹੈ, ਸਵਾਹ ਹੈ, ਇੱਕ ਦਿਨ ਖਤਮ ਹੋ ਜਾਣਾ। ਤੇ ਆਪਣੀਆਂ ਅੱਖਾਂ ਨਾਲ ਦੇਖਦੇ ਆ, ਲੱਕੜਾਂ ਵਿੱਚ ਧਰ ਕੇ ਜਦ ਅੱਗ ਲਾ ਦਿੰਦੇ ਆ, ਫਿਰ ਤੀਜੇ ਦਿਨ ਜਾਂਦੇ ਆ ਉੱਥੇ ਫੁੱਲ ਚੁੱਕਣ ਤੇ ਉੱਥੇ ਕੁਛ ਵੀ ਨਹੀਂ ਹੁੰਦਾ, ਸਭ ਸਵਾਹ ਹੁੰਦੀ ਆ। ਉਹ ਹੱਡੀਆਂ ਵੀ ਸਵਾਹ ਹੀ ਬਣ ਜਾਂਦੀਆਂ। ਪਰ ਚਲੋ ਮੋਟੀਆਂ ਮੋਟੀਆਂ ਬਚੀਆਂ ਖੋਚੀਆਂ ਚੱਕ ਕੇ ਪਾਣੀ ਵਿੱਚ ਪਾਏ ਆਉਂਦੇ ਆ ਵੀ ਇਹਦਾ ਨੌ ਨਿਸ਼ਾਨ ਖਤਮ ਹੋ ਜਾਵੇ, ਦੁਨੀਆ 'ਚ ਹੋ ਜਾਂਦਾ। ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਮਨੁੱਖ ਜਿਹੜਾ ਹੈ ਇੱਕ ਮਿੱਟੀ ਦੀ ਢੇਰੀ ਹੈ। ਕਬੀਰ ਸਾਹਿਬ ਜੀ ਕਹਿੰਦੇ ਕਿ ਇਸ ਮਿੱਟੀ ਨੂੰ ਇਕੱਠੀ ਕਰਕੇ ਪੁੜੀਆ ਬਾਂਧੀ ਦੇਹ, ਔਰ ਅਖੀਰ ਜਦੋਂ ਇਹਨੂੰ ਛੱਡ ਜਾਵਾਂਗੇ ਅੰਤ ਖੇ ਕੀ ਖੇ, ਤੇ ਫਿਰ ਇਹ ਖੇ ਦੀ ਖੇ ਬਣ ਜਾਣੀ ਆ, ਮਿੱਟੀ ਚੋਂ ਪੈਦਾ ਹੋਈ ਮਿੱਟੀ ਵਿੱਚ ਹੀ ਮਿਲ ਜਾਣੀ ਆ। ਉਸ ਤੋਂ ਪਹਿਲਾਂ ਪਹਿਲਾਂ ਜਦੋਂ ਮੌਤ ਆਵੇ, ਉਸ ਤੋਂ ਪਹਿਲਾਂ ਪਹਿਲਾਂ ਪਾਤਸ਼ਾਹ ਜੀ ਕਹਿੰਦੇ ਜੇ ਕਿਤੇ ਗੁਰੂ ਵਾਲੇ ਬਣ ਜਾਈਏ, ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਭਾਹੇ। ਜਿਹੜੇ ਗੁਰੂ ਦੇ ਲੜ ਲੱਗ ਗਏ ਉਹ ਬਚ ਗਏ ਕਾਲੇ ਹੋਣ ਤੋਂ। ਜਿਵੇਂ ਪਿੱਛੇ ਸੰਸਾਰ ਨੂੰ ਕੋਲਿਆਂ ਦਾ ਕੋਠਾ ਕਿਹਾ, ਬਚੇ ਕੌਣ? ਜਿਹੜੇ ਗੁਰੂ ਨੂੰ ਪੁੱਛਦੇ ਆ, ਭਾਵ ਉਹ ਵਿਕਾਰਾਂ ਤੋਂ ਬਚ ਗਏ, ਉਹਨਾਂ ਅੰਦਰ ਵਿਕਾਰ ਪੈਦਾ ਨਹੀਂ ਹੋਏ। ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਭਾਹੇ। ਭਾਹੇ ਕਹਿੰਦੇ ਆ ਭੁੱਬਲ ਨੂੰ। ਭੁੱਬਲ ਸਾਰੇ ਜਾਣਦੇ ਆ, ਆਪਣੀ ਬੋਲੀ ਦਾ ਹੀ ਸ਼ਬਦ ਹੈ ਇਹ। ਭੁੱਬਲ ਹੁੰਦੀ ਹੈ ਗਰਮ ਸੁਭਾਅ, ਭਾਵ ਜਿਹੜੀ ਅੰਦਰ ਅੱਗ ਮੱਚਦੀ ਸੀ ਉਹ ਗੁਰੂ ਦੇ ਸ਼ਬਦ ਨੇ ਠੰਡੀ ਕੀਤੀ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਾਂ ਰਸਨਾ ਨਾਮ ਧਿਆਇਆ। ਕਹਿੰਦੇ ਇਸ ਤਰ੍ਹਾਂ ਮਨੁੱਖ ਦੇ ਅੰਦਰ ਇਹ ਜਿਹੜੀ ਅੱਗ ਮੱਚਦੀ ਸੀ ਉਹ ਖਤਮ ਹੋ ਗਈ ਹੈ। ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਭਾਹੇ। ਸ਼ਬਦ ਨੇ ਉਹ ਮੱਚਦੀ ਅੱਗ ਬੁਝਾ ਦਿੱਤੀ ਆ, ਸ਼ਾਂਤੀ ਆ ਗਈ ਆ ਮਨੁੱਖ ਦੇ ਅੰਦਰ। ਨਾਨਕ ਤਰੀਐ ਸੱਚ ਨਾਮ ਸਿਰ ਸ਼ਾਹ ਪਾਤਸ਼ਾਹ। ਆਓ ਗੁਰੂ ਵਾਲੇ ਬਣੀਏ, ਗੁਰੂ ਦੇ ਕੋਲੋਂ ਨਾਮ ਦੀ ਦਾਤ ਨੂੰ ਪ੍ਰਾਪਤ ਕਰੀਏ, ਔਰ ਪਾਤਸ਼ਾਹਾਂ ਦੇ ਪਾਤਸ਼ਾਹ ਪਰਮੇਸ਼ਰ ਦੇ ਵਿੱਚ ਮਿਲ ਜਾਈਏ। ਨਾਨਕ ਤਰੀਐ ਸੱਚ ਨਾਮ, ਉਹ ਸੱਚੇ ਨਾਮ ਨੂੰ ਲੈ ਕਰਕੇ ਮਿਲ ਜਾਈਏ। ਕਿਹਦੇ ਵਿੱਚ? ਸਿਰ ਸ਼ਾਹ ਪਾਤਸ਼ਾਹ। ਉਹ ਪਰਮੇਸ਼ਰ ਜਿਹੜਾ ਹੈ ਰਾਜਿਆਂ ਦਾ ਰਾਜਾ, ਨਮੋ ਸਰਬ ਰਾਜੇ ਨਮੋ ਸਰਬ ਸਾਜੇ, ਜਿਹੜਾ ਦੁਨੀਆ ਨੂੰ ਬਣਾਉਣ ਵਾਲਾ ਹੈ। ਆਪਾਂ ਉਹਦੇ ਵਿੱਚੋਂ ਨਿਕਲੇ ਸੀ ਕਿਸੇ ਵੇਲੇ, ਔਰ ਆਪਣੀਆਂ ਗਲਤੀਆਂ ਕਰਕੇ ਭਟਕਦੇ ਰਹੇ, ਕਿਰਤ ਕਰਮ ਕੇ ਵਿਛੜੇ। ਆਓ ਗੁਰੂ ਨੂੰ ਕਹੀਏ, ਕਰ ਕਿਰਪਾ ਮੇਲੋ ਰਾਮ। ਚਾਰ ਕੋਟ ਦੇ ਦਿਸ ਭਰਮੇ ਥੱਕ ਆਏ, ਪ੍ਰਭ ਕੀ ਸਾਮ ਹਰ ਕਿਰਪਾ ਕਰੋ। ਹੁਣ ਤੇਰੀ ਸ਼ਰਨ ਵਿੱਚ ਆ ਗਏ ਆ, ਥੱਕ ਹਾਰ ਕੇ ਆਪਣੇ ਨਾਲ ਮਿਲਾ ਲੈ। ਮੈਂ ਹਰ ਨਾਮ ਨਾ ਬਿਸਰੈ, ਹਰ ਨਾਮ ਰਤਨ ਵੇਸਾਹੋ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਮੈਂ ਤਾਂ ਬੇਨਤੀ ਕਰਦਾ ਪਾਤਸ਼ਾਹੋ, ਮੈਨੂੰ ਤੇਰਾ ਨਾਮ ਜਿਹੜਾ ਹੈ ਉਹ ਕਦੇ ਵੀ ਨਾ ਵਿਸਰੇ। ਮੈਨੂੰ ਉਹ ਪਾਤਸ਼ਾਹ ਦਾ ਨਾਮ ਜਿਹੜਾ ਹੈ ਬਖਸ਼ਿਸ਼ ਕਰੋ, ਤਾਂ ਕਿ ਮੈਂ ਵੀ ਉਹਦੇ ਵਿੱਚ ਮਿਲ ਕੇ ਉਹਦਾ ਰੂਪ ਹੋ ਜਾਵਾਂ। ਮੈਨੂੰ ਨਾਮ ਰੂਪੀ ਰਤਨ ਤੇ ਭਰੋਸਾ ਹੈ। ਮਨ ਮੁਖ ਭਉ ਜਲ ਪਚ ਮੋਏ, ਗੁਰਮੁਖ ਤਰੇ ਅਥਾਹੋ। ਜਿਹੜੇ ਮਨ ਦੇ ਆਖੇ ਲੱਗਦੇ ਸੀ, ਜਿਹੜੇ ਮਨ ਦੇ ਮਗਰ ਚੱਲਦੇ ਸੀ, ਮਨ ਮੱਤ ਕਰਦੇ ਸੀ, ਉਹ ਸੰਸਾਰ ਸਮੁੰਦਰ ਵਿੱਚ ਡੁੱਬ ਗਏ। ਪਚਣਾ ਹੁੰਦਾ, ਖਤਮ ਹੋ ਜਾਣਾ। ਉਹ ਸੰਸਾਰ ਸਮੁੰਦਰ ਡੁੱਬ ਗਏ। ਡੁੱਬਣ ਦਾ ਮਤਲਬ ਪਾਣੀ 'ਚ ਨਹੀਂ, ਡੁੱਬਣ ਦਾ ਮਤਲਬ ਟੇਢੀਆਂ ਜੂਨਾਂ 'ਚ ਪੈ ਗਏ। ਹੁਣ ਲੱਭਦੇ ਨਹੀਂ ਕਿ ਕਿੱਥੇ ਨੂੰ ਹੋ ਕੋ ਸਤਨਾਮ ਸੀ। ਜਿਸ ਤਰ੍ਹਾਂ ਆਪਾਂ ਨੂੰ ਰੂਹਾਂ ਦਿਸਦੀਆਂ ਨਹੀਂ, ਆਕਾਰ ਤਾਂ ਦਿਸਦੇ ਆ, ਮੱਝਾਂ ਵੀ ਦਿਸਦੀਆਂ, ਗਾਵਾਂ ਵੀ ਦਿਸਦੀਆਂ, ਮੱਛੀਆਂ ਕੁੱਤੇ ਆਦਿ ਸਭ ਕੁਝ ਦਿਸਦਾ ਹੈ,
ਪਰ ਇਹ ਨਹੀਂ ਦਿਸਦਾ ਉਹਨਾਂ ਦੇ ਵਿੱਚ ਹੈ ਕੌਣ। ਕਹੋ ਸਤਨਾਮ ਸੀ। ਪਤਾ ਨਹੀਂ ਉਹਨਾਂ ਦੇ ਵਿੱਚ ਕੋਈ ਸਾਡੇ ਵਿਛੜੇ ਹੋਏ ਸਾਥੀ ਫਿਰਦੇ ਹੋਣ। ਜਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਕ ਚੌਰ ਬਰਦਾਰ ਚੌਰ ਸਾਹਿਬ ਦੀ ਸੇਵਾ ਕਰ ਰਿਹਾ, ਉੱਥੇ ਸਿੱਖਾਂ ਨੇ ਆ ਕੇ ਕਿਹਾ, ਮਹਾਰਾਜ ਇਹ ਜਿਹੜਾ ਇੱਕ ਰਿਛ ਵਾਲਾ ਆਇਆ, ਕਹਿੰਦਾ ਮੈਂ ਰਿਛ ਦਾ ਖੇੜਾ ਦਿਖਾਉਣਾ ਤੁਹਾਨੂੰ। ਗੁਰੂ ਪਾਤਸ਼ਾਹ ਕਹਿੰਦੇ ਵੇਖ ਲੈਂਦੇ ਆ। ਕਹਿੰਦੇ ਖੁੱਲੇ ਮੈਦਾਨ 'ਚ ਆਸਣ ਲਾਤਾ ਪਾਤਸ਼ਾਹ, ਉੱਥੇ ਬੈਠ ਗਏ। ਚੌਰ ਬਰਦਾਰ ਉੱਥੇ ਚੌਰ ਸਾਹਿਬ ਕਰਨ ਲੱਗ ਪਿਆ ਤੇ ਸਾਹਮਣੇ ਰਿਛ ਵਾਲਾ ਖੇੜਾ ਪਾਉਣ ਲੱਗਿਆ। ਉਹ ਰਿਛ ਤਰ੍ਹਾਂ ਤਰ੍ਹਾਂ ਦੇ ਕੌਤਕ ਕਰਦਾ ਤੇ ਸਾਰੇ ਹੱਸਦੇ ਐ, ਤੇ ਜਿਹੜਾ ਚੌਰ ਸਾਹਿਬ ਕਰ ਰਿਹਾ ਸੀ ਸਿੰਘ, ਉਹ ਵੀ ਉੱਚੀ ਉੱਚੀ ਹੱਸਿਆ। ਪਾਤਸ਼ਾਹ ਕਹਿੰਦੇ ਬੜਾ ਹੱਸੀ ਜਾਂਦਾ। ਕਹਿੰਦਾ ਜੀ ਰਿਛ ਕਿਵੇਂ ਨੱਚਦਾ ਹੈ? ਕਹਿੰਦੇ ਤੈਨੂੰ ਪਤਾ ਹੈ ਰਿਛ ਕੌਣ ਹੈ? ਕਹਿੰਦਾ ਜੀ ਮੈਨੂੰ ਕੀ ਪਤਾ ਹੈ। ਕਹਿੰਦੇ ਤੇਰਾ ਪਿਓ ਹੈ। ਕਹੋ ਸਤਨਾਮ ਹੈ ਮਹਾਰਾਜ ਮੇਰਾ ਪਿਓ? ਹਾਂ। ਇਹ ਰਿਛ ਤੇਰਾ ਪਿਤਾ ਹੈ। ਕਹਿੰਦੇ ਤੁਹਾਡੀ ਸੇਵਾ ਕਰਕੇ ਆਹੀ ਫਲ ਮਿਲਣਾ ਹੈ। ਕਹਿੰਦੇ ਇਹ ਤਾਂ ਫਿਰ ਕਰਮਾਂ ਦਾ ਫਲ ਹੈ ਨਾ ਭਾਈ, ਜਿਹੋ ਜਿਹੇ ਕਰਮ ਬੰਦਾ ਕਰਦਾ ਫਿਰ ਉਹਨੂੰ ਭੋਗਣੇ ਪੈਂਦੇ। ਮਰ ਜੇ ਰਿਛ ਕਿਉਂ ਬਣ ਗਿਆ? ਕਹਿਣ ਲੱਗਿਆ ਇਸ ਕਰਕੇ ਬਣ ਗਿਆ ਕਿ ਇਹਦੀ ਬੋਲਬਾਣੀ ਬੜੀ ਅਵੈੜੀ ਸੀ। ਇਹਨੂੰ ਬੋਲਣਾ ਨਹੀਂ ਆਇਆ ਸਾਡੇ ਕੋਲ ਰਹਿ ਕੇ, ਭਾਵੇਂ ਸੇਵਾ ਕਰਦਾ ਰਿਹਾ, ਇਹਨੇ ਆਪਣੀ ਬੋਲਬਾਣੀ ਨਹੀਂ ਬਦਲੀ। ਗੱਲ ਕੀ ਹੋਈ ਮਹਾਰਾਜ? ਕਹਿੰਦੇ ਇੱਕ ਦਿਨ ਸਤਸੰਗ ਲੱਗੀ ਹੈ, ਭੋਗ ਪੈ ਗਿਆ, ਦੇਗ ਵੰਡੀ ਜਾ ਰਿਹਾ ਇਹ ਤੇਰਾ ਪਿਤਾ। ਤੇ ਇਹ ਗੱਡਿਆਂ ਵਾਲਾ ਵਪਾਰੀ ਉਹ ਵੀ ਰਸਤੇ ਟੱਪਦਾ ਟੱਪਦਾ ਭੱਜ ਕੇ ਆ ਗਿਆ ਵੀ ਚਲੋ ਦੇਗ ਲੈ ਲਈਏ, ਪ੍ਰਸ਼ਾਦ ਵੰਡੀ ਜਾਂਦੀ ਹੈ, ਭੋਰਾ ਕਣਕਾਂ ਲੈ ਕੇ ਮੂੰਹ 'ਚ ਪਾ ਲਈਏ, ਭਲਾ ਹੋ ਜਾਏਗਾ। ਔਰ ਉਹ ਗੱਡਿਆਂ ਨੂੰ ਚੱਲਦੇ ਛੱਡ ਕੇ ਭੱਜ ਕੇ ਆਇਆ ਤੇ ਗੱਡਿਆਂ ਕਾਰਨ ਉੱਡੀ ਹੋਈ ਧੂੜ ਇਹਦੇ ਮੂੰਹ 'ਤੇ ਪਈ ਸੀ, ਦਾੜੇ 'ਤੇ ਪਈ ਸੀਗੀ। ਔਰ ਉਸ ਨੇ ਕਾਹਲੀ ਕਾਹਲੀ ਨਾਲ ਉਹ ਤੋਂ ਪ੍ਰਸ਼ਾਦ ਦਾ ਕਿਣਕਾ ਮੰਗਿਆ, ਪਰ ਉਹ ਬਾਰ-ਬਾਰ ਕਹੇ ਬਹਿ ਜਾ, ਹਜੇ ਨਹੀਂ ਮਿਲਦੀ, ਬੈਠ ਕੇ ਲੈ ਲਾ। ਉਹਨੂੰ ਕਾਹਲੀ ਸੀ, ਉਹ ਬੈਠਾ ਨਹੀਂ, ਇਹਨੇ ਦੇਗ ਦਿੱਤੀ ਨਹੀਂ। ਜੋ ਬਾਰ-ਬਾਰ ਉਸਨੇ ਦੇਗ ਮੰਗੀ, ਕਹਿੰਦਾ ਕਿਉਂ ਰਿਛ ਵਾਂਗੂ ਟੱਪੀ ਜਾਂਦਾ, ਬੈਠ ਕੇ ਦੇ ਲੈ ਲਾ। ਤਾਂ ਉਹਨੂੰ ਗੁੱਸਾ ਆਇਆ। ਅਕਸਰ ਗੁਰੂ ਪਿਆਰੋ ਕੋ ਜ਼ਰੂਰੀ ਨਹੀਂ ਕਿ ਸਾਧ ਜਿਹੜੇ ਹੈ ਚੋਲਾ ਪਾ ਕੇ ਜਿਹੜੇ ਫਿਰਦੇ ਆ ਉਹੀ ਸਾਧ ਹੋਣਗੇ, ਕਿਰਤੀ ਵੀ ਸਾਧ ਹੋ ਸਕਦਾ, ਸੱਚੀ ਸੁੱਚੀ ਕਿਰਤ ਵਾਲਾ। ਤਾਂ ਉਹ ਜਿਹੜਾ ਹੁਣ ਭਜਨ ਬੰਦਗੀ ਵਾਲਾ ਬੰਦਾ ਸੀਗਾ, ਜਦੋਂ ਇਹਨੇ ਉਹਨੂੰ ਕਿਹਾ ਕਿਉਂ ਰਿਛ ਵਾਂਗੂ ਟੱਪੀ ਜਾਣਾ, ਉਹਦੇ ਥੱਲੇ ਡਿੱਗਿਆ, ਕਣਕਾ ਚੱਕ ਕੇ ਮੂੰਹ 'ਚ ਪਾ ਲਿਆ। ਕਹਿੰਦਾ ਮੈਨੂੰ ਤਾਂ ਪ੍ਰਸ਼ਾਦ ਮਿਲ ਗਿਆ, ਪਰ ਰਿਛ ਤੂੰ ਹੋਏਗਾ। ਕਹੋ ਸਤਨਾਮ ਸ੍ਰੀ। ਤੇ ਸਮਾਂ ਆਉਣ ਤੇ ਉਹਦਾ ਬਚਨ ਸੱਤ ਹੋਇਆ ਤੇ ਤੇਰਾ ਬਾਪ ਜਿਹੜਾ ਰਿਛ ਬਣ ਗਿਆ। ਤੇ ਅੱਜ ਇਹਦਾ ਭਲਾ ਹੋਣਾ, ਸਾਡੀ ਸੰਗਤ ਕੀਤੀ ਸੀ, ਇਹ ਰਿਛ ਸਾਡੇ ਤੱਕ ਪਹੁੰਚ ਗਿਆ। ਹੁਣ ਆਪਾਂ ਇਹ ਰਿਛ ਦਾ ਭਲਾ ਕਰਦੇ ਹਾਂ। ਉਹ ਵੀ ਕਹਿਣ ਲੱਗਿਆ ਜੀ ਫਿਰ ਤਾਂ ਮਹਾਰਾਜ ਦੀ ਮੁਕਤੀ ਕਰੋ। ਰਿਛ ਵਾਲੇ ਨੂੰ ਕਿਹਾ ਵੀ ਐਂ ਕਰ ਮਿੱਤਰਾ, ਰਿਛ ਸਾਨੂੰ ਦੇ ਦੇ। ਕਹਿੰਦਾ ਮਹਾਰਾਜ ਮੇਰੀ ਤਾਂ ਰੋਜੀ ਆ, ਮੈਂ ਰਿਛ ਕਿਵੇਂ ਦੇ ਦਿਆਂ? ਕਹਿੰਦੇ ਵੇਖ ਤੈਨੂੰ ਪੈਸੇ ਦੇ ਦਿੰਦੇ ਆ, ਜਿੰਨੇ ਮਰਜ਼ੀ ਲੈ ਲਾ, ਤੂੰ ਰਿਛ ਹੋਰ ਫੜ ਲਈ, ਇਹ ਰਿਛ ਸਾਨੂੰ ਦੇ ਦੇ। ਚਲੋ ਰਿਛ ਵਾਲਾ ਮੰਨ ਗਿਆ। ਸਤਿਗੁਰ ਨੇ ਉਸ ਨੂੰ ਮਾਇਆ ਦੇ ਦਿੱਤੀ ਬਹੁਤ ਸਾਰੀ, ਤੇ ਉਹਦੇ ਕੋਲ ਰਿਛ ਲੈ ਲਿਆ। ਤੇ ਰਿਛ ਨੂੰ ਆਪਣੇ ਕੋਲ ਬੁਲਾ ਕਰਕੇ ਪਾਤਸ਼ਾਹ ਜੀ ਨੇ ਆਪਣੇ ਹੱਥੋਂ ਪ੍ਰਸ਼ਾਦ ਛਕਾਇਆ। ਤੇ ਪ੍ਰਸ਼ਾਦ ਛਕਦੇ ਹੀ ਉਹ ਰਿਛ ਜਿਹੜਾ ਹੈ ਸਰੀਰ ਛੱਡ ਗਿਆ, ਮਰ ਗਿਆ। ਰੂਹ ਦਾ ਉਧਾਰ ਕਰ ਦਿੱਤਾ ਅਤੇ ਗੁਰੂ ਪਿਆਰਿਓ ਰਿਛ ਜਿਹੜਾ ਸੀ ਉਹਦਾ ਸੰਸਕਾਰ ਕਰਤਾ ਜਾਂ ਨੱਪ ਦਿੱਤਾ, ਕਿਧਰੇ ਸਰੀਰ ਕਰਕੇ ਆਤਮਾ ਜਿਹੜੀ ਆ ਉਹ ਮੁਕਤ ਕਰ ਦਿੱਤੀ। ਇਸ ਕਰਕੇ ਆਪਾਂ ਨੂੰ ਕੀ ਪਤਾ ਕਿੱਥੇ ਕਿੱਥੇ ਕੌਣ ਤੁਰਿਆ ਫਿਰਦਾ ਕੁੱਤਿਆਂ ਬਿੱਲੀਆਂ ਦੇ ਵਿੱਚ ਵੀ। ਕਹੋ ਸਤਨਾਮ। ਰੂਹਾਂ ਦੀ ਆਪਾਂ ਨੂੰ ਪਛਾਣ ਨਹੀਂ, ਗੁਰੂ ਜਾਣਦਾ ਹੈ। ਇਸ ਕਰਕੇ ਸਿੱਖੋ, ਮਨਮੁਖ ਭੌਜਲ ਪਚ ਮੋਏ, ਜਿਹੜਾ ਮਨ ਦੇ ਮਗਰ ਚੱਲਣ ਵਾਲਾ ਹੈ ਉਹ ਇਹ ਭਵ ਸਾਗਰ ਵਿੱਚ ਡੁੱਬ ਗਿਆ। ਪਤਾ ਨਹੀਂ ਕੀ ਕੁਝ ਬਣਿਆ, ਭਟਕਦਾ ਫਿਰਦਾ ਮਨੁੱਖ ਹੈ ਤਾਂ ਸਾਰਿਆਂ ਵਿੱਚ ਰੂਹਾਂ ਉਹੀ ਨਾ। ਜਿਵੇਂ ਮੂਲਾ ਖੱਤਰੀ ਬਾਬੇ ਨਾਨਕ ਤੋਂ ਵਿਛੜਿਆ ਤੇ 10ਵੇਂ ਪਾਤਸ਼ਾਹ ਨੇ ਖਰਗੋਸ਼ ਦੇ ਸਰੀਰ 'ਚੋਂ ਲੱਭਿਆ, ਜਾ ਕੇ ਉੱਥੋਂ ਮੁਕਤ ਕੀਤਾ। ਖੈਰ ਆਖਰੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ, ਮਨਮੁਖ ਭੌਜਲ ਪਚ ਮੋਏ, ਗੁਰਮੁਖ ਤਰੇ ਅਥਾਉ। ਜਿਹੜੇ ਗੁਰਮਤਿ ਅਨੁਸਾਰ ਚੱਲਦੇ ਆ ਉਹ ਸੰਸਾਰ ਸਾਗਰ 'ਚੋਂ ਤਰ ਜਾਂਦੇ ਨੇ, ਤੇ ਜਿਹੜੇ ਮਨ ਦੇ ਮੁਤਾਬਕ ਚੱਲਦੇ ਆ ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ। ਇਸ ਕਰਕੇ ਆਓ ਗੁਰੂ ਵਾਲੇ ਬਣੀਏ। ਗੁਰੂ ਤੋਂ ਪੁੱਛੇ ਬਗੈਰ ਸਾਡੀ ਗੱਲ ਨਹੀਂ ਬਣਨੀ। ਗੁਰੂ ਦੇ ਲੜ ਲੱਗੀਏ, ਗੁਰੂ ਕਿਰਪਾ ਕਰਨ,
ਆਪਾਂ ਪਿੱਛੇ ਪੜ੍ਹ ਰਿਹਾ ਸੀਗੇ ਕਿ ਜਾਣਾ ਸਭ ਨੇ ਹੈ, ਪਰ ਜਾਣ ਤੋਂ ਪਹਿਲਾਂ ਜਾਣਾ ਸਿੱਖ ਲਈਏ। ਚੱਲਾ ਚੱਲਾ ਜੇ ਕਰੀ ਜਾਣਾ ਚੱਲਣਹਾਰ, ਜੋ ਆਇਆ ਸੋ ਚੱਲ ਸੀ। ਅਮਰ ਸੋ ਗੁਰ ਕਰਤਾਰ, ਰਹਿਣ ਵਾਲਾ ਕੇਵਲ ਗੁਰੂ ਪਰਮੇਸ਼ਰ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਜਾਣਾ ਸਭ ਨੇ ਹੈ, ਸਰੀਰ ਛੱਡਣੇ ਸਭ ਨੇ ਹੈ। ਫਿਰ ਕੀ ਕਰੀਏ? ਪੀ ਸੱਚਾ ਸਲਾਹਣਾ, ਸੱਚੇ ਥਾਨ ਪਿਆਰ। ਆਓ ਉਹ ਸੱਚੇ ਦੇ ਨਾਲ ਜੁੜੀਏ, ਸੱਚੇ ਨੂੰ ਸਲਾਹੀਏ, ਉਹਦੀ ਸਿਫਤ ਸਲਾਹ ਕਰਦੇ ਰਹੀਏ, ਤਾਂ ਕਿ ਕੱਲ੍ਹ ਨੂੰ ਸਰੀਰ ਛੱਡਣ ਵੇਲੇ ਅਸੀਂ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਵਿੱਚ ਮਿਲ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਕਰ ਸਕੀਏ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ ਜੀ। ਬੋਲਦਿਆਂ ਨੇ ਇੱਕ ਅੱਖਰ ਬਾਹਰ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣਯੋਗ ਹੈ। ਇਹ ਸੀ ਅੱਜ ਦੇ ਸ਼ਬਦ ਦੇ ਵਿਚਾਰ। ਅਗਲੇ ਸ਼ਬਦ ਦੇ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।